ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਬੜੇ ਵਡਭਾਗੇ ਹੋ ਜੋ ਹਰ ਰੋਜ਼ ਇਹਨਾਂ ਗੁਰਮਤਿ ਕਲਾਸਾਂ ਦੇ ਵਿੱਚ ਹਾਜ਼ਰੀ ਭਰਦੇ ਹੋ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪਾਂ ਉਹਨਾਂ ਦੀ ਬਾਣੀ ਆਨੰਦ ਸਾਹਿਬ ਦੀ ਸੰਥਿਆ ਅਤੇ ਵਿਚਾਰ ਜਿਹੜੀ ਹੈ ਉਹ ਇਸ ਵਿੱਚ 6:30 ਵਜੇ ਵਾਲੀ ਕਲਾਸ ਦੇ ਵਿੱਚ ਕਰਦੇ ਹਾਂ। ਸੋ ਸਤਿਗੁਰਾਂ ਦੀ ਮਿਹਰਮਤ ਸਦਕਾ ਆਪਾਂ 10 ਪੌੜੀਆਂ ਆਨੰਦ ਸਾਹਿਬ ਦੀ ਸੰਥਿਆ ਕਰ ਚੁੱਕੇ ਹਾਂ। ਇਸ ਬਾਣੀ ਦਾ ਮੇਨ ਮੁੱਦਾ, ਮੇਨ ਵਿਸ਼ਾ ਇਹ ਹੈ ਕਿ ਮਨੁੱਖ ਆਨੰਦ ਦੀ ਪ੍ਰਾਪਤੀ ਵਾਸਤੇ ਕੀ ਕਰਦਾ ਹੈ ਤੇ ਉਹਦੇ ਯਤਨ ਜਿਹੜੇ ਹੈ ਕਿਵੇਂ ਪੂਰੇ ਹੋਣ, ਕਿਹੜੇ ਯਤਨ ਦੇ ਨਾਲ ਉਹਨੂੰ ਆਨੰਦ ਪ੍ਰਾਪਤੀ ਜਿਹੜੀ ਹੋ ਸਕੇ, ਕਿਹੜਾ ਰਸਤਾ ਹੈ ਜਿਸ ਰਸਤੇ ਤੇ ਚੱਲ ਕੇ ਉਹ ਆਨੰਦ ਪ੍ਰਾਪਤ ਕਰ ਸਕੇ, ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੂੰ ਛੱਡ ਕੇ ਉਹਨੂੰ ਆਨੰਦ ਪ੍ਰਾਪਤ ਹੋ ਸਕੇ ਕਿ ਕਿਹੜੀਆਂ ਗੱਲਾਂ ਨੂੰ ਧਾਰਨ ਕਰਕੇ ਉਹ ਆਨੰਦ ਪ੍ਰਾਪਤ ਕਰ ਸਕਦਾ। ਇਸ ਉੱਚੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜਾ ਸੁੰਦਰ ਤੇ ਬੜਾ ਸੁਖੈਨ ਜਿਹੜਾ ਹੈ ਉਹ ਢੰਗ ਦੇ ਨਾਲ ਦੱਸਣਾ ਕੀਤਾ ਹੈ ਕਿ ਭਾਈ ਸਿੱਖੋ ਆਪਣੇ ਜੀਵਨ ਦੇ ਵਿੱਚ ਇਹ ਆਹ ਗੱਲਾਂ ਨੂੰ ਧਾਰਨ ਕਰ ਲਓ ਤੇ ਆਨੰਦ ਮਿਲੇਗਾ। ਤੇ ਜੇ ਇਹਨਾਂ ਗੱਲਾਂ ਨੂੰ ਛੱਡ ਦਿਓਗੇ ਤੇ ਉਹ ਤੁਹਾਡਾ ਜਿਹੜਾ ਆਨੰਦ ਪ੍ਰਾਪਤ ਹੋ ਜਾਏਗਾ। ਸੋ ਉਹ ਕਿਹੜੀਆਂ ਗੱਲਾਂ ਛੱਡਣੀਆਂ ਤੇ ਕਿਹੜੀਆਂ ਧਾਰਨ ਕਰਨੀਆਂ, ਉਹ ਸਾਰੀਆਂ ਇਸ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਦੱਸੀਆਂ ਹਨ। ਗੁਰਸਿੱਖ ਪਿਆਰੇ ਅੰਮ੍ਰਿਤ ਵੇਲੇ ਇਸ ਬਾਣੀ ਦਾ ਜ਼ਿਕਰ ਵੀ ਕਰਦੇ ਆ। ਜੋ ਸਤਿਗੁਰਾਂ ਦੀ ਇਹ ਬਾਣੀ ਹੈ ਇਹਦਾ ਅੰਮ੍ਰਿਤ ਵੇਲੇ ਜ਼ਿਕਰ ਗੁਰਸਿੱਖ ਪਿਆਰੇ ਕਰਦੇ ਆ। ਸ਼ਾਮ ਨੂੰ ਅਸੀਂ ਆਨੰਦ ਰਹਿਰਾਸ ਸਾਹਿਬ ਦੇ ਵਿੱਚ ਇਸ ਬਾਣੀ ਦੀਆਂ ਪਹਿਲੀਆਂ 5 ਅਤੇ ਆਖਰੀ 6 ਪੌੜੀਆਂ ਦਾ ਜਿਹੜਾ ਜਾਪ ਹੈ ਉਹ ਕਰਦੇ ਆ। ਸੋ ਆਪ ਸਭ ਸੰਗਤ ਜੋ ਚੁੱਕੇ ਹੋ, ਸੋ ਆਪਾਂ ਇਸ ਪਾਵਨ ਬਾਣੀ ਦੇ ਵਿਚਾਰ ਤੇ ਸੰਥਿਆ ਦੀ ਰਫਤਾ ਕਰਦੇ ਹਾਂ। ਆਪਾਂ ਹੁਣ ਤੱਕ ਜੋ 10 ਪੌੜੀਆਂ 10 ਪੌੜੀਆਂ ਦੀ ਸੰਥਿਆ ਆਪਾਂ ਕਰ ਚੁੱਕੇ ਹਾਂ। ਸੋ ਆਪ ਜੀ ਦੀ ਸਕਰੀਨ ਦੇ ਉੱਪਰ ਇਸ ਪਾਵਨ ਬਾਣੀ ਦੀ ਜੋ ਹੈ 11ਵੀਂ ਪੌੜੀ ਹੈ। ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮੇਰਿਆ ਪਿਆਰਿਆ ਮਨਾ, ਸਤਿਗੁਰਾਂ ਨੇ ਬਾਣੀ ਦੇ ਵਿੱਚ ਕਈ ਜਗ੍ਹਾ ਮਨ ਨੂੰ ਜਿਹੜਾ ਉਹ ਡਾਂਟਿਆ ਵੀ ਹੈ। ਮਨ ਕੁਠਾਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ, ਪਰ ਕਈ ਜਗ੍ਹਾ ਦੇ ਉੱਤੇ ਪਿਆਰਾ ਕਹਿ ਕੇ ਵੀ ਸੰਬੋਧਨ ਕੀਤਾ ਹੈ। ਇੱਥੋਂ ਤੱਕ ਵੀ ਕਿਹਾ ਮਨਸਾ ਮਿਲਿਆ ਨਾ ਕੋਈ, ਕਿ ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ, ਕਿ ਮਨ ਹੀ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਜੋੜਦਾ। ਇਸ ਕਰਕੇ ਇੱਥੇ ਸਤਿਗੁਰੂ ਸੰਬੋਧਨ ਕਰਦੇ ਆ ਕਿ ਇਹ ਮਨ ਪਿਆਰਿਆ, ਹੇ ਮੇਰਿਆ ਪਿਆਰਿਆ ਮਨਾ, ਤੂੰ ਸਦਾ ਸੱਚ ਸੰਭਾਲੇ। ਤੂੰ ਉਸ ਜਿਹੜਾ ਸੱਚਾ ਹੈ ਨਾ ਪ੍ਰਮਾਤਮਾ, ਉਹਨੂੰ ਸਦਾ ਸੰਭਾਲੇ ਦਾ ਅਰਥ ਹੁੰਦਾ ਹੈ ਚੇਤੇ ਕਰਨਾ, ਯਾਦ ਕਰਨਾ, ਸੰਭਾਲਣਾ। ਉਹਨੂੰ ਸਦਾ ਹੀ ਸੰਭਾਲ, ਉਹਨੂੰ ਸਦਾ ਹੀ ਚੇਤੇ ਕਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਸ ਹਰੀ ਨੂੰ, ਉਸ ਪ੍ਰਮਾਤਮਾ ਨੂੰ, ਉਸ ਸੱਚੇ ਨੂੰ ਸੰਭਾਲਣਾ ਕਰ, ਚੇਤੇ ਕਰਨਾ ਕਰ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਉਹਨਾਂ ਸ਼ਬਦ ਤੂੰ ਨਹੀਂ ਪੜ੍ਹਨਾ, ਇਹਨੂੰ ਤੂੰ ਪੜ੍ਹਨਾ ਹੈ ਤੇ ਟਿੱਪੀ ਨਹੀਂ ਲੱਗੀ ਹੋਈ, ਇਹਨੂੰ ਤੂੰ ਪੜ੍ਹਨਾ। ਇਹੋ ਕੁਟੰਬ ਤੂੰ ਦੇਖਦਾ, ਕੁਟੰਬ ਦਾ ਅਰਥ ਹੁੰਦਾ ਹੈ ਟੱਬਰ, ਪਰਿਵਾਰ। ਸਤਿਗੁਰੂ ਕਹਿੰਦੇ ਜਿਹੜਾ ਕੁਟੰਬ ਹੈ ਨਾ, ਜਿਹੜਾ ਪਰਿਵਾਰ ਜਿਹੜਾ ਤੈਨੂੰ ਦਿਖਦਾ, ਇਹੋ ਕੁਟੰਬ ਤੂੰ ਜੇ ਦੇਖਦਾ, ਜਿਸ ਨੂੰ ਤੂੰ ਦੇਖਦਾ, ਜਿਹਦੀ ਤੂੰ ਦੇਖਭਾਲ ਕਰਦਾ ਹੈ, ਚੱਲੈ ਨਾਹੀ ਤੇਰੇ ਨਾਲੇ। ਇਹ ਤੇਰੇ ਨਾਲ ਨਹੀਂ ਜਾਣਾ ਜਦੋਂ ਤੂੰ ਸੰਸਾਰ ਨੂੰ ਛੱਡ ਕੇ ਚਲਾ ਗਿਆ। ਇਹਦੇ ਨਾਲ ਇੰਨਾ ਮੋਹ ਨਾ ਪਾ। ਇਹ ਜਿਹੜਾ ਕੁਟੰਬ ਹੈ, ਇਹ ਜਿਹੜਾ ਪਰਿਵਾਰ ਹੈ,
ਇਹ ਸਦਾ ਨਹੀਂ ਤੇਰੇ ਨਾਲ ਚੱਲਣਾ, ਇਹਨੇ ਤੇਰੇ ਨਾਲ ਨਹੀਂ ਜਾਣਾ। ਇਸ ਕਰਕੇ ਇਸ ਪਰਿਵਾਰ ਦੇ ਮੋਹ ਨੂੰ ਛੱਡ ਕੇ ਤੇ ਤੂੰ ਉਹ ਸੱਚੇ ਨੂੰ ਸੰਭਾਲ, ਉਹ ਸੱਚੇ ਨੂੰ ਯਾਦ ਕਰ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਦੇਖਦਾ ਦਾ ਅਰਥ ਹੈ ਦੇਖਭਾਲ ਕਰ, ਭਾਵ ਜਿਸ ਪਰਿਵਾਰ ਦੀ ਤੂੰ ਦੇਖਭਾਲ ਕਰਦਾ ਹੈ, ਜਿਨ੍ਹਾਂ ਦੇ ਵਾਸਤੇ ਤੂੰ ਭੱਜਾ ਫਿਰਦਾ ਹੈ, ਇਹਨੇ ਤੇਰੇ ਨਾਲ ਨਹੀਂ ਜਾਣਾ। ਸਾਥ ਤੇਰਾ ਚੱਲੈ ਨਾਹੀ, ਸਾਥ ਤੇਰਾ ਗਲਾਵਾਂ ਲੱਗੀਆਂ ਰਾਰੇ ਤੇ ਵੀ ਲੱਲੇ ਤੇ ਵੀ, ਚੱਲੈ ਨਾਹੀ, ਇਹ ਤੇਰੇ ਸਾਥ ਨਹੀਂ ਜਾਣਾ, ਤੇਰੇ ਨਾਲ ਨਹੀਂ ਜਾਣਾ। ਇਸ ਨਾਲ ਕਿਉਂ ਚਿੱਤ ਲਾਈ, ਉਹਦੇ ਨਾਲ ਕਿਉਂ ਚਿੱਤ ਲਾਉਣਾ, ਐਸੇ ਪਰਿਵਾਰ ਦੇ ਨਾਲ ਜਿਹਨੂੰ ਛੱਡ ਕੇ ਚਲਾ ਹੀ ਜਾਣਾ ਹੈ, ਉਹਦੇ ਨਾਲ ਕਿਉਂ ਤੂੰ ਚਿੱਤ ਲਾਉਣਾ। ਐਸੇ ਪਰਿਵਾਰ ਦੇ ਨਾਲ ਚਿੱਤ ਨਾ ਲਾ, ਐਸੇ ਪਰਿਵਾਰ ਦੇ ਨਾਲੋਂ ਤੂੰ ਉਹ ਸੱਚੇ ਦੇ ਨਾਲ ਜਿਹੜਾ ਚਿੱਤ ਲਾ, ਉਹਨੂੰ ਸੰਭਾਲ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਫਿਰ ਮਨੁੱਖ ਪਰਿਵਾਰ ਵਾਸਤੇ ਠੱਗੀਆਂ ਠੋਰੀਆਂ ਮਾਰਦਾ, ਭੱਜਾ ਫਿਰਦਾ, ਕਿਤੇ ਕਿਸੇ ਨਾਲ ਠੱਗੀ ਮਾਰ ਲਈ, ਕਿਤੇ ਕਿਸੇ ਨਾਲ ਮਾਰ ਲਈ, ਇਸ ਤਰ੍ਹਾਂ ਭੱਜਾ ਫਿਰਦਾ, ਠੱਗੀਆਂ ਮਾਰਦਾ ਫਿਰਦਾ ਜਗ੍ਹਾ ਜਗ੍ਹਾ ਦੇ ਉੱਤੇ। ਤੇ ਇਹਨੇ ਦੇ ਪਰਿਵਾਰ ਨੇ ਤੇ ਸਤਿਗੁਰ ਕਹਿੰਦੇ ਨਾਲ ਨਹੀਂ ਜਾਣਾ। ਐਸਾ ਕੰਮ ਮੂਲੇ ਨਾ ਕੀਚੇ, ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰ। ਮੂਲੇ ਨਾ ਕੀਚੇ, ਐਸਾ ਕੰਮ ਜਿਹੜਾ ਹੈ ਨਾ ਬਿਲਕੁਲ ਨਾ ਕਰ। ਕੀਚੇ ਦਾ ਅਰਥ ਨਾ ਕਰ, ਮੂਲੇ ਨਾ ਕੀਚੇ ਬਿਲਕੁਲ ਵੀ, ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰ। ਜਿਤ ਅੰਤ ਪਛੋਤਾਈਏ, ਜਿਹਦੇ ਨਾਲ ਤੈਨੂੰ ਅੰਤ ਨੂੰ ਪਛਤਾਉਣਾ ਪੈ ਜੇ, ਕਿਉਂਕਿ ਜਾਣਾ ਤੂੰ ਇਕੱਲੇ ਨੇ ਹੈ ਸੰਸਾਰ ਤੋਂ, ਪਰਿਵਾਰ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਵਾਸਤੇ ਤੂੰ ਠੱਗੀਆਂ ਠੋਰੀਆਂ ਮਾਰਦਾ ਨਾ, ਜਿਹੜੇ ਕੰਮ ਕਰਦਾ, ਉਹਨਾਂ ਤੋਂ ਆਪਣੇ ਆਪ ਨੂੰ ਵਰਜ ਲਾ, ਉਹਨਾਂ ਤੋਂ ਰੋਕ ਲਾ। ਇਹ ਨਾ ਹੋਵੇ ਤੈਨੂੰ ਅੰਤ ਨੂੰ ਪਛਤਾਉਣਾ ਪੈ ਜਾਵੇ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਕਹਿੰਦੇ ਨਾ ਕਿ ਸਾਧੂ ਤੁਰਿਆ ਜਾਂਦਾ ਸੀ ਤੇ ਡਾਕੂ ਨੇ ਘੇਰ ਲਿਆ ਰਸਤੇ 'ਚ, ਤੇ ਡਾਕੂ ਕਹਿੰਦਾ ਜੀ ਮੈਂ ਤੇ ਤੁਹਾਨੂੰ ਲੁੱਟ ਕੇ ਮਾਰ ਦੇਣਾ। ਸਾਧੂ ਕਹਿੰਦਾ ਭਲਿਆ ਠੀਕ ਹੈ ਮਾਰ ਦੇ, ਤੈਨੂੰ ਪਤਾ ਇਸ ਗੱਲ ਦਾ ਪਾਪ ਬੜਾ ਵੱਡਾ ਹੁੰਦਾ ਹੈ। ਕਹਿੰਦਾ ਅੱਛਾ ਜੀ। ਤੇ ਸਾਧੂ ਕਹਿੰਦਾ ਫਿਰ ਤੇਰਾ ਪਰਿਵਾਰ ਵੀ ਤੇਰੇ ਇਸ ਕੰਮ ਦੇ ਵਿੱਚ ਉਹਨਾਂ ਨੇ ਵੀ ਨਹੀਂ ਤੇਰਾ ਸਾਥ ਦੇਣਾ। ਇਹ ਪਾਪ ਤੈਨੂੰ ਆਪ ਭੁਗਤਣਾ ਪੈਣਾ ਹੈ, ਅੰਤ ਨੂੰ ਤੈਨੂੰ ਤੇਰਾ ਲੇਖਾ ਦੇਣਾ ਪੈਣਾ। ਠੀਕ ਹੈ ਤੂੰ ਮੈਨੂੰ ਲੁੱਟ ਲਏਗਾ, ਮਾਰ ਲਏਗਾ, ਪਰ ਇਹ ਜਿਹੜਾ ਪਾਪ ਤੈਨੂੰ ਲੱਗਣਾ ਤੇ ਤੈਨੂੰ ਇਹਦਾ ਲੇਖਾ ਦੇਣਾ ਪੈਣਾ, ਤੇਰੇ ਪਰਿਵਾਰ ਨੂੰ ਨਹੀਂ ਦੇਣਾ ਪੈਣਾ, ਜਿਨ੍ਹਾਂ ਵਾਸਤੇ ਸਾਰਾ ਕੁਛ ਕਰਦਾ। ਉਹ ਕਹਿੰਦਾ ਜੀ ਮੇਰਾ ਪਰਿਵਾਰ ਤੇ ਮੇਰਾ ਬੜਾ ਸਾਥ ਦਿੰਦਾ, ਮੇਰੇ ਧੀਆਂ ਪੁੱਤਰ, ਮੇਰੇ ਮਾਂ ਪਿਓ, ਮੇਰੀ ਪਤਨੀ ਮੇਰਾ ਬੜਾ ਸਾਥ ਦਿੰਦੇ ਆ, ਅੰਤ ਸਮੇਂ ਮੇਰਾ ਸਾਥ ਦੇਣਗੇ। ਸਾਧੂ ਕਹਿੰਦਾ ਜਾ ਇੱਕ ਵਾਰੀ ਪੁੱਛਿਆ ਤੇ ਮੈਨੂੰ ਇੱਥੇ ਬੰਨ ਜਾ, ਜੇ ਤੈਨੂੰ ਲੱਗਦਾ ਕਿ ਮੈਂ ਭੱਜ ਜਾਣਾ। ਉਹਨੇ ਰੁੱਖ ਦੇ ਨਾਲ ਸਾਧੂ ਨੂੰ ਬੰਨਿਆ ਤੇ ਘਰ ਚਲਿਆ ਗਿਆ। ਘਰ ਜਾ ਕੇ ਤੇ ਪਹਿਲੋਂ ਆਪਣੀ ਪਤਨੀ ਨੂੰ ਪੁੱਛਦਾ, ਕਹਿੰਦਾ ਕਿ ਮੈਂ ਤੁਹਾਡੇ ਵਾਸਤੇ ਇੰਨਾ ਕੁਝ ਕਰਦਾ ਤੇ ਤੁਸੀਂ ਮੇਰਾ ਅੰਤ ਵੇਲੇ ਸਾਥ ਦਿਓਗੇ, ਇਹਨਾਂ ਪਾਪਾਂ ਦੇ ਭਾਗੀ ਬਣੋਗੇ। ਉਹ ਕਹਿੰਦੇ ਨਹੀਂ ਅਸੀਂ ਨਹੀਂ ਇਹ ਕਰਨਾ। ਪਤਨੀ ਕਹਿੰਦੀ ਮੈਨੂੰ ਤੂੰ ਵਿਆਹ ਕੇ ਲਿਆਇਆ, ਤੇਰਾ ਫਰਜ਼ ਬਣਦਾ ਮੈਨੂੰ ਪਾਲਣਾ, ਤੇ ਮੈਂ ਥੋੜੀ ਅੰਤ ਵੇਲੇ ਤੇਰਾ ਕੋਈ ਸਾਥ ਦੇਣਾ, ਅੰਤ ਨੂੰ ਤੇ ਤੈਨੂੰ ਇਕੱਲੇ ਨੂੰ ਹੀ ਸੰਸਾਰ ਛੱਡ ਕੇ ਜਾਣਾ ਪੈਣਾ। ਤੇ ਫਿਰ ਉਸ ਤੋਂ ਬਾਅਦ ਧੀਆਂ ਪੁੱਤਰਾਂ ਨੂੰ ਪੁੱਛਿਆ, ਉਹ ਕਹਿੰਦੇ ਤੂੰ ਸਾਨੂੰ ਜੰਮਿਆ, ਤੇਰਾ ਫਰਜ਼ ਬਣਦਾ ਸਾਨੂੰ ਪਾਲਣਾ, ਜਿੱਥੋਂ ਮਰਜ਼ੀ ਰੋਜੀ ਰੋਟੀ ਕਮਾ ਕੇ ਲਿਆ। ਮਾਂ ਪਿਓ ਨੂੰ ਪੁੱਛਿਆ, ਮਾਂ ਪਿਓ ਕਹਿੰਦੇ ਅਸੀਂ ਤੈਨੂੰ ਪਾਲਿਆ ਸੀ, ਤੂੰ ਸਾਨੂੰ ਪਾਲ, ਭਾਵੇਂ ਜੋ ਮਰਜ਼ੀ ਕਰਕੇ ਲਿਆ, ਤੇਰਾ ਫਰਜ਼ ਬਣਦਾ ਸਾਨੂੰ ਪਾਲਣਾ, ਭਾਵੇਂ ਡਾਕੇ ਮਾਰ ਕੇ ਪਾਲ ਲਾ ਤੇ ਭਾਵੇਂ ਕਿਰਤ ਕਰਕੇ ਪਾਲ ਲਾ, ਪਾਲਣਾ ਤੇ ਤੂੰ ਹੀ ਹੈ। ਤੇ ਫਿਰ ਵਾਪਸ ਆ ਗਿਆ, ਆ ਕੇ ਸਾਧੂ ਦੇ ਚਰਨ ਫੜੇ, ਕਹਿੰਦਾ ਸਹੀ ਗੱਲ ਹੈ, ਤੁਸੀਂ ਸੱਚ ਕਹਿੰਦੇ ਹੋ, ਅੰਤ ਨੂੰ ਪਰਿਵਾਰ ਨੇ ਵੀ ਸਾਥ ਨਹੀਂ ਦੇਣਾ। ਜਿੰਨੀਆਂ ਵੀ ਠੱਗੀਆਂ ਮਨੁੱਖ ਮਾਰਦਾ ਨਾ ਸੰਸਾਰ 'ਚ, ਉਹਨੂੰ ਆਪ ਹੀ ਉਹਨਾਂ ਪਾਪਾਂ ਦਾ ਭਾਗੀ ਬਣਨਾ ਪੈਂਦਾ, ਆਪ ਹੀ ਉਹਨੂੰ ਜਿਹੜਾ ਉਹ ਪਾਪ ਕਮਾਉਣੇ ਪੈਂਦੇ ਆ, ਆਪ ਹੀ ਉਹਨਾਂ ਦੇ ਫਿਰ ਭਾਗੀ, ਆਪ ਹੀ ਉਹਨੂੰ ਜਿਹੜੇ ਭੋਗਣੇ ਪੈਂਦੇ ਉਹ ਪਾਪ ਜਿਹੜੇ ਉਹਨੇ ਕੀਤੇ ਹੁੰਦੇ। ਇਸ ਕਰਕੇ ਸਤਿਗੁਰ ਕਹਿੰਦੇ ਜਿਸ ਪਰਿਵਾਰ ਵਾਸਤੇ, ਜਿਸ ਕੁਟੰਬ ਵਾਸਤੇ ਇੰਨਾ ਕੁਝ ਕਰਦਾ ਹੈ, ਇੰਨੀਆਂ ਠੱਗੀਆਂ ਠੋਰੀਆਂ ਮਾਰਦਾ ਸੰਸਾਰ ਦੇ ਨਾਲ, ਧਨ ਪਦਾਰਥ ਇਕੱਠਾ ਕਰ ਕਰਕੇ ਲਿਆ ਕੇ ਘਰੇ ਸੁੱਟੀ ਜਾਣਾ, ਪਰ ਵੇਖੀ ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈਐ, ਜਿਸ ਨਾਲ ਤੈਨੂੰ ਅੰਤ ਨੂੰ ਪਛਤਾਉਣਾ ਪਵੇ, ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੇ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ। ਸਤਿਗੁਰੂ ਬਖਸ਼ਿਸ਼ ਕਰਦੇ ਆ, ਕਹਿੰਦੇ ਫਿਰ ਤੂੰ ਇੰਝ ਕਰ, ਸਤਿਗੁਰੂ ਦਾ ਉਪਦੇਸ਼ ਸੁਣ। ਇਹ ਗੁਰੂ ਦਾ ਉਪਦੇਸ਼ ਹੈ ਕਿ ਆਪਣਾ ਸੱਚੇ ਨਾਲ ਆਪਣਾ ਵਾਹ ਪਾ, ਸੱਚੇ ਨੂੰ ਆਪਣੇ ਸੰਭਾਲ, ਸੱਚੇ ਦੇ ਨਾਲ ਜਿਹੜਾ ਸਥਿਰ ਰਹਿ।
सतगुरु का उपदेश सुन तू होवै तेरे नाले। ये उपदेश तू सदा ही चेते रख, इनू गौर नाल वाच, इनू अपने धुर अंदर तेरे नाले अंदर लैके जा कि ਉਹੀ तेरे नाल जा सकदा, ਉਹ सच्चा ही तेनू संभाल सकदा, सच्चा ही तेरी रखिया कर सकदा। सतगुरु का उपदेश सुन तू होवै तेरे नाले। सतगुरु का उपदेश सुन, उस सच्चे का उपदेश गौर नाल सुन, ਜਿਹੜਾ तेरे नाल रहेगा हर समय, ਜਿਹੜਾ तेरी रखिया करेगा। कहे नानक मन प्यारे। सतगुरु कहते आ कि हे मना प्यारिया, तू सदा सच संभाले। उस सच्चे प्रभु ਨੂੰ सदा ही संभाल, ਉਹਨੂੰ सदा ही याद कर। भाव कि आत्मक आनंद की प्राप्ति वास्ते मनुख ਨੂੰ ਮੋਹ ਦੇ ਵਿੱਚ ਫਸਣਾ ਨਹੀਂ ਚਾਹੀਦਾ। ਪਰਿਵਾਰ ਦੇ ਮੋਹ ਦੇ ਵਿੱਚ ਤੇ ਹੋਰ ਜਿਹੜੇ ਵੀ ਕਾਰਜ ਆ ਉਹਨਾਂ ਦੇ ਮੋਹਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ। ਮਨੁੱਖ ਨੂੰ ਆਪਣਾ ਆਪਾ ਜਿਹੜਾ ਹੈ ਉਹ ਸੰਭਾਲਣ ਵਾਸਤੇ ਸੱਚੇ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ। ਜੇ ਉਹਨੇ ਆਨੰਦ ਦੀ ਪ੍ਰਾਪਤੀ ਕਰਨੀ, ਉਹਨੂੰ ਮੋਹ ਛੱਡਣਾ ਪਵੇਗਾ ਸਾਰਾ। ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ। ਇਹਦੇ ਵਿੱਚ ਇਹ ਨਹੀਂ ਕਿ ਆਪਣਾ ਪਰਿਵਾਰ ਸਾਰਾ ਕੁਝ ਛੱਡ ਕੇ ਤੇ ਪਾਸੇ ਹੋ ਜਾਣਾ। ਪਰਿਵਾਰ ਪਾਲਣਾ ਹੈ, ਪਰ ਉਹਦਾ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਕਿ ਜਿਵੇਂ ਮੁਰਗਾਬੀ ਦੇ ਖੰਭ ਨਹੀਂ ਭਿੱਜਦੇ ਤੇ ਕਮਲ ਚਿੱਕੜ ਚ ਰਿਹਾ ਵੀ ਖਿੜਿਆ ਰਹਿੰਦਾ ਹੈ। ਇਸ ਤਰ੍ਹਾਂ ਦਾ ਉਸ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਪਾਲੇ ਵੀ, ਪਰ ਇਹ ਨਾ ਹੋਵੇ ਕਿ ਆਪਣੀ ਸ਼ਾਮ ਦੀ ਰਹਿ ਰਸ ਦੀ ਭੁੱਲ ਜਾਵੇ, ਅੰਮ੍ਰਿਤ ਵੇਲਾ ਸਾਂਭਣਾ ਹੀ ਭੁੱਲ ਜਾਵੇ। ਇਹ ਨਾ ਹੋਵੇ। ਬਾਣੀ ਵੀ ਪੜ੍ਹੇ, ਬਾਣੀ ਦੇ ਨਾਲ ਵੀ ਮੋਹ ਪਾਵੇ, ਸਗੋਂ ਆਪਣੇ ਪਰਿਵਾਰ ਨੂੰ ਵੀ ਨਾਲ ਜੋੜੇ। ਐਸਾ ਉਹਦਾ ਜੀਵਨ ਹੋਣਾ ਚਾਹੀਦਾ ਹੈ। ਫਿਰ ਆਨੰਦ ਦੀ ਪ੍ਰਾਪਤੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਹੁਣ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਜਿਹੜਾ ਸੱਚਾ ਹੈ, ਜਿਹਨੂੰ ਸੰਭਾਲਣਾ ਹੈ, ਉਹ ਕਿਹੋ ਜਿਹਾ ਹੈ, ਉਹਦੇ ਬਾਰੇ ਸਤਿਗੁਰੂ ਵਰਣਨ ਕਰਦੇ ਆ ਕਿ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਉਹ ਅਗਮ ਹੈ ਤੇ ਅਗੋਚਰ ਹੈ, ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਅਕਾਲ ਪੁਰਖ ਪਰਮਾਤਮਾ, ਉਹਨੂੰ ਕੋਈ ਗਮ ਨਹੀਂ ਸਕਦਾ, ਉਹਨੂੰ ਕੋਈ ਦੱਸ ਨਹੀਂ ਸਕਦਾ ਕਿੰਨਾ ਫੈਲਿਆ ਹੋਇਆ ਹੈ। ਅਗੋਚਰ ਤੋਂ ਭਾਵ ਕਿ ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹਨੂੰ ਇਹ ਜਿਹੜੀਆਂ ਇੰਦਰੀਆਂ ਹਨ ਸਾਡੀਆਂ, ਇਹ ਉਹਨੂੰ ਲੱਖ ਨਹੀਂ ਸਕਦੀਆਂ। ਇਹਨਾਂ ਦੇ ਨਾਲ ਉਹ ਪਰਮੇਸ਼ਰ ਜਿਹੜਾ ਹੈ ਉਹਦੀ ਗੱਤ ਨਹੀਂ ਪਾ ਸਕਦੀ, ਉਹਦਾ ਅੰਤ ਜਿਹੜਾ ਨਹੀਂ ਪਾਇਆ ਜਾ ਸਕਦਾ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਇਹ ਵਾਹਿਗੁਰੂ ਜੀ, ਤੇਰਾ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ, ਜਾਂ ਕਿਸੇ ਨੇ ਵੀ ਹੁਣ ਤੱਕ ਤੇਰਾ ਅੰਤ ਨਹੀਂ ਪਾਇਆ। ਅੰਤੋ ਨਾ ਪਾਇਆ ਕਨੇ ਤੇਰਾ, ਆਪਣਾ ਆਪ ਤੂੰ ਜਾਣਹਿ। ਜਾਣਹਿ ਲਾ ਲੱਗੀ ਹੋਈ ਆ। ਅੰਤੋਂ ਨਾ ਪਾਇਆ ਕਿਨੈ ਤੇਰਾ, ਤੇਰਾ ਕਿਸੇ ਨੇ ਨਹੀਂ ਅੰਤ ਪਾਇਆ, ਨਾ ਹੀ ਕੋਈ ਤੇਰਾ ਅੰਤ ਪਾ ਸਕਦਾ ਹੈ। ਆਪਣਾ ਆਪ ਤੂੰ ਜਾਣਹਿ। ਵਾਹਿਗੁਰੂ ਜੀ, ਤੁਸੀਂ ਹੀ ਆਪਣੇ ਆਪ ਨੂੰ ਆਪ ਹੀ ਜਾਣਨ ਵਾਲੇ ਹੋ, ਕੋਈ ਆਪ ਜੀ ਦਾ ਅੰਤ ਨਹੀਂ ਪਾ ਸਕਦਾ। ਜੀ ਜੰਤ ਸਭ ਖੇਲ ਤੇਰਾ। ਇਹ ਜਿਹੜੇ ਜੀਵ ਜੰਤੂ ਜਿੰਨਾ ਵੀ ਕੁਛ ਆਪ ਜੀ ਨੇ ਬਣਾਇਆ ਹੋਇਆ ਹੈ, ਇਹ ਤੇਰਾ ਹੀ ਖੇਲ ਹੈ ਵਾਹਿਗੁਰੂ ਜੀ। ਇਹ ਆਪ ਜੀ ਦਾ ਹੀ ਬਣਾਇਆ ਹੋਇਆ ਸਾਰਾ ਖੇਲ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ। ਵਾਹਿਗੁਰੂ ਜੀ, ਕੋਈ ਕੀ ਵਖਿਆਨ ਕਰ ਸਕਦਾ, ਕੀ ਬਿਆਨ ਕਰ ਸਕਦਾ ਤੇਰੇ ਬਾਰੇ ਕਿ ਇਹ ਤੇ ਸਾਰਾ ਹੀ ਖੇਲ ਤੇਰਾ ਹੀ ਬਣਾਇਆ। ਕਿਆ ਕੋ ਆਖ ਵਖਾਣੈ, ਕੀ ਵਖਿਆਨ ਕਰੇ ਕੋਈ ਕਿ ਤੂੰ ਕਿਸ ਤਰ੍ਹਾਂ ਇਸ ਸੰਸਾਰ ਨੂੰ ਰਚਿਆ ਹੈ, ਕਿਵੇਂ ਜੀਵ ਬਣਾਏ ਹਨ, ਕਿਵੇਂ ਸਾਰਾ ਕੁਛ ਆਪ ਜੀ ਨੇ ਇਹ ਬਣਾਇਆ ਹੈ। ਹੁਣ ਇੱਥੇ ਵੇਖਿਆ ਜਾਵੇ ਤੇ ਇਹ ਜਿਹੜੀ ਬਾਣੀ ਹੈ, ਇਹ ਵੀ ਜਪਜੀ ਸਾਹਿਬ ਦੀ ਹੀ ਵਿਆਖਿਆ ਹੈ ਨਾ। ਆਪਾਂ ਜਪਜੀ ਸਾਹਿਬ ਵਿੱਚ ਵੀ ਵਿਆਖਿਆ ਕਰਕੇ ਆਏ ਹਾਂ, ਜਪਜੀ ਸਾਹਿਬ ਵੀ ਪੜ੍ਹ ਕੇ ਆਏ ਹਾਂ, ਸੇਮ ਹੀ ਨਾਲ ਰਲਦੀ ਪਈ ਹੈ। ਉੱਥੇ ਵੀ ਸਤਿਗੁਰਾਂ ਨੇ ਕਿਹਾ ਕਿ ਇਹ ਪ੍ਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਵੀ ਸਤਿਗੁਰੂ ਕਹਿ ਰਹੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਜੀ ਜੰਤ ਸਭ ਤੁਧ ਉਪਾਏ, ਤੂੰ ਹੀ ਸਾਰੇ ਜੀਵ ਜੰਤੂ ਉਪਾਇਆ। ਕਿਆ ਕੋ ਆਖ ਵਖਾਣੈ, ਕੀ ਤੇਰਾ ਕੋਈ ਵਖਿਆਨ ਕਰੇ, ਕੀ ਤੇਰੇ ਬਾਰੇ ਕੋਈ ਦੱਸੇ। ਆਖੇ ਤਾਂ ਵੇਖੈ ਸਭ ਤੂੰ ਹੈ, ਆਖੇ ਤਾਂ ਵੇਖੈ ਸਭ ਤੂੰ ਹੈ। ਵਾਹਿਗੁਰੂ ਜੀ, ਤੂੰ ਹੀ ਆਖ ਰਿਹਾ ਜੀਵਾਂ ਦੇ ਵਿੱਚ ਬੈਠਾ, ਤੇ ਤੂੰ ਹੀ ਵੇਖ ਰਿਹਾ ਸਾਰਿਆਂ ਜੀਵਾਂ ਦੇ ਵਿੱਚ। ਤੂੰ ਹੀ ਹੈ, ਸਾਰੇ ਜੀਵ ਤੇਰੇ ਹਨ, ਸਾਰਿਆਂ ਦੇ ਵਿੱਚ ਬੈਠਾ ਤੂੰ ਹੀ ਆਖ ਰਿਹਾ। ਤੇ ਜੇ ਕੋਈ ਬੋਲਦਾ ਉਹ ਵੀ ਤੂੰ ਹੀ ਆਖਦਾ ਹੈ, ਤੇ ਜੇ ਕੋਈ ਵੇਖਦਾ ਤੇ ਉਹ ਵੀ ਤੂੰ ਹੀ ਵੇਖਦਾ ਹੈ। ਆਖੇ ਤਾਂ ਵੇਖਿਆ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਿਉਂਕਿ ਤੂੰ ਹੀ ਸਾਰਾ ਜਗਤ ਜਿਹੜਾ ਉਪਾਇਆ ਹੋਇਆ ਹੈ, ਸਾਰਾ ਜਗਤ ਜਿਹੜਾ
ਉਹ ਬਣਾਇਆ ਹੋਇਆ ਹੈ। ਇਸ ਕਰਕੇ ਸਾਰਿਆਂ ਦੇ ਵਿੱਚ ਤੂੰ ਹੀ ਵਰਤ ਰਿਹਾ, ਆਖਣ ਵੀ ਤੂੰ ਹੀ ਦਿਆ। ਜਿੱਥੇ ਬੋਲਦੇ ਆ ਜੀਵ ਜੰਤੂ, ਸੰਸਾਰ ਦੇ ਲੋਕ ਬੋਲਦੇ ਆ, ਉਹ ਵੀ ਆਖਦੇ ਹੀ ਆ, ਭਾਵ ਤੂੰ ਹੀ ਆਖਦਾ ਪਿਆ। ਤੇ ਵੇਖਿਆ ਜਿੰਨੇ ਵੀ ਜੀਵ ਜੰਤੂ ਵੇਖਦੇ ਆ, ਉਹ ਸਾਰਿਆਂ ਦਾ ਵੇਖਣਾ ਵੀ ਤੇਰਾ ਵੇਖਣਾ ਹੈ, ਕਿਉਂਕਿ ਤੂੰ ਸਰਗੁਣ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਿਚਰਨੇ ਆ। ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ। ਵਾਹਿਗੁਰੂ ਜੀ, ਹੈ ਅਕਾਲ ਪੁਰਖ ਜੀ, ਤੁਸੀਂ ਸਦਾ ਅਗੰਮ ਹੋ, ਇਹ ਗਮਤਾ ਤੋਂ ਰਹਿਤ ਹੋ, ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ, ਤੇਰਾ ਅੰਤ ਨਾ ਪਾਇਆ। ਪਹਿਲਾ ਸ਼ਬਦ ਜਿਹੜਾ ਅਗਮ ਹੈ, ਗੱਗੇ ਦੇ ਉੱਤੇ ਟਿੱਪੀ ਨਹੀਂ ਲੱਗੀ, ਇੱਥੇ ਅਗੰਮ ਸ਼ਬਦ ਹੈ। ਐੜਾ ਗੱਗੇ ਦੇ ਉੱਤੇ ਟਿੱਪੀ ਲੱਗੀ ਆ, ਮੈਨੂੰ ਔਂਕੜ ਲੱਗਾ। ਅਗੰਮ ਵਾਹਿਗੁਰੂ ਜੀ, ਤੁਸੀਂ ਅਪਹੁੰਚ ਹੋ, ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ, ਤੇਰਾ ਅੰਤ ਨਾ ਪਾਇਆ। ਭਾਵ ਆਪ ਜੀ ਦੀ ਜਿਹੜਾ ਹੈ, ਆਪ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਭਾਵ ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਜਿਹੜਾ ਪ੍ਰਭੂ ਸਾਰਿਆਂ ਦੇ ਵਿੱਚ ਵਸ ਰਿਹਾ, ਜਿਹੜਾ ਸਾਰੇ ਜੀਵਾਂ ਦੀ ਪੱਥ ਪਾਲਣਾ ਕਰ ਰਿਹਾ, ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ, ਜਿਹੜਾ ਅਗੰਮ ਹੈ, ਜਿਹੜਾ ਅਗੋਚਰ ਹੈ। ਸੋ ਇਹ 12ਵੀਂ ਪੌੜੀ ਦਾ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ, ਜਿਹੜੇ ਸੁਰ ਆ, ਭਾਵ ਜਿਹੜੇ ਦੇਵਤੇ ਆ, ਉਹ ਵੀ ਅੰਮ੍ਰਿਤ ਲੱਭਦੇ ਪਏ ਆ। ਨਰ ਜਿਹੜੇ ਆ ਮਨੁੱਖ, ਉਹ ਵੀ ਅੰਮ੍ਰਿਤ ਲੱਭਦੇ ਪਏ ਆ, ਧੁਰਾਂ ਤੋਂ ਲੱਭਦੇ ਆਏ ਆ, ਹੁਣ ਵੀ ਲੱਭ ਰਹੇ ਆ। ਤੇ ਮੁਨ ਜਿਹੜੇ ਮੁਨੀ ਲੋਕ ਆ, ਉਹ ਵੀ ਜਿਹੜੇ ਅੰਮ੍ਰਿਤ ਲੱਭਦੇ। ਜਨ ਜਿਹੜੇ ਭਗਤ ਆ, ਉਹ ਵੀ ਅੰਮ੍ਰਿਤ ਦੀ ਦਾਤ ਲੱਭਦੇ ਫਿਰਦੇ ਆ। ਉਹ ਵੀ ਲੱਭਦੇ ਆ ਕਿ ਕਿਤੋਂ ਸਾਨੂੰ ਅੰਮ੍ਰਿਤ ਮਿਲ ਜਾਵੇ, ਭਾਵ ਨਾਮ ਅੰਮ੍ਰਿਤ ਮਿਲ ਜਾਵੇ, ਸਾਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ। ਉਸ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਮੰਗਦੇ ਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਲੱਭਦੇ ਫਿਰਦੇ ਆ, ਪਰ ਉਹ ਅੰਮ੍ਰਿਤ ਕਿੱਥੋਂ ਪ੍ਰਾਪਤ ਹੁੰਦਾ? ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਗੁਰੂ ਦੁਆਰਾ ਪ੍ਰਾਪਤ ਹੁੰਦਾ। ਗੁਰੂ ਦੁਆਰਾ ਪਤਾ ਲੱਗਦਾ ਕਿ ਅੰਮ੍ਰਿਤ ਹਿਰਦੇ ਦੇ ਵਿੱਚ ਹੈ, ਤੇ ਉਹ ਗੁਰੂ ਪ੍ਰਗਟ ਕਰ ਸਕਦਾ ਹੈ, ਹੋਰ ਕਿਸੇ ਤਰੀਕੇ ਨਾਲ ਪ੍ਰਗਟ ਨਹੀਂ ਹੁੰਦਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਦੋਂ ਗੁਰੂ ਨੇ ਕਿਰਪਾ ਕੀਤੀ, ਅੰਮ੍ਰਿਤ ਦੇ ਦਿੱਤਾ, ਫਿਰ ਉਹ ਸੱਚਾ ਪ੍ਰਭੂ ਆ ਕੇ ਹਿਰਦੇ 'ਚ ਟਿਕ ਗਿਆ, ਵਸ ਗਿਆ ਹਿਰਦੇ 'ਚ ਆ ਕੇ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਗੁਰੂ ਦੀ ਕਿਰਪਾ ਦੁਆਰਾ ਅੰਮ੍ਰਿਤ ਦੀ ਪ੍ਰਾਪਤੀ ਹੋਈ, ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋਈ। ਉਹਦੇ ਨਾਲ ਸੱਚਾ ਪ੍ਰਭੂ ਜਿਹੜਾ ਹੈ, ਉਹ ਮਨ ਵਿੱਚ ਆ ਕੇ ਵਸ ਗਿਆ, ਸੱਚਾ ਮਨ ਵਸਾਇਆ। ਗੁਰੂ ਨੇ ਐਸੀ ਕਿਰਪਾ ਕੀਤੀ ਕਿ ਸੱਚਾ ਵਾਹਿਗੁਰੂ ਮਨ ਵਿੱਚ ਵਸਾ ਦਿੱਤਾ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਵਾਹਿਗੁਰੂ ਇੱਥੇ ਥੋੜੀ ਜਿਹੀ ਵਿਚਾਰ ਕਰ ਲਈਏ ਕਿ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਸੱਚਾ ਮਨ 'ਚ ਵਸ ਜਾਂਦਾ ਹੈ। ਪਤਾ ਕਦੋਂ ਲੱਗਦਾ ਹੈ? ਕਿ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਉਦੋਂ ਤੇ ਮਨੁੱਖ ਕਹਿ ਦਿੰਦਾ ਕਿ ਹਾਂ ਮੈਂ ਮੰਨਦਾ ਕਿ ਪ੍ਰਮਾਤਮਾ ਹਰ ਥਾਂ ਵਸਦਾ ਹੈ, ਹਰ ਥਾਂ ਉਹ ਸੁਭਾਈਮਾਨ ਹੈ, ਹਰ ਜਗ੍ਹਾ ਤੇ ਹੈ, ਉਹ ਮੇਰੇ ਮਨ 'ਚ ਵੀ ਵਸਦਾ ਹੈ। ਕਹਿਣ ਨੂੰ ਤੇ ਹਰ ਕੋਈ ਕਹਿ ਦਿੰਦਾ, ਪਰ ਉਹ ਦ੍ਰਿੜ ਕਦੋਂ ਹੁੰਦਾ ਹੈ? ਜਦੋਂ ਦਿੰਦਾ ਹੈ, ਫਿਰ ਅਸਲ 'ਚ ਪਤਾ ਲੱਗਦਾ ਹੈ ਕਿ ਉਹ ਸੱਚੀ ਅੰਦਰ ਹੈ, ਉਹ ਸੱਚੀ ਮਨ ਦੇ ਵਿੱਚ ਵਸਿਆ ਹੋਇਆ ਹੈ। ਫਿਰ ਮਨੁੱਖ ਵਿਕਾਰਾਂ ਵੱਲ ਨਹੀਂ ਭੱਜਦਾ, ਕਿਉਂਕਿ ਵਿਕਾਰਾਂ ਵੱਲ ਤਾਂ ਹੀ ਮਨ ਭੱਜਦਾ ਹੈ ਨਾ, ਜਦੋਂ ਇਹ ਪਤਾ ਹੀ ਨਹੀਂ ਹੁੰਦਾ। ਇਹ ਮੂੰਹ ਦੇ ਉੱਤੇ ਕਹੀ ਜਾਂਦੇ ਆ ਕਿ ਹਾਂ ਪਰਮਾਤਮਾ ਹਰ ਥਾਂ ਵਸਦਾ ਹੈ, ਪਰਮਾਤਮਾ ਸਾਡੇ ਅੰਦਰ ਵਸਦਾ ਹੈ, ਤੇ ਪਰ ਵਿਕਾਰ ਤਾਂ ਵੀ ਕਮਾਈ ਜਾਂਦੇ ਆ। ਜਦੋਂ ਗੁਰੂ ਦ੍ਰਿੜ ਕਰਵਾ ਦਿੰਦਾ ਨਾ, ਪੱਕਾ ਕਰਵਾ ਦਿੰਦਾ, ਅੰਮ੍ਰਿਤ ਬਖਸ਼ ਦਿੰਦਾ ਹੈ, ਨਾਮ ਬਖਸ਼ ਦਿੰਦਾ ਹੈ, ਫਿਰ ਐਸੀ ਲਖਿਅਤਾ ਹੁੰਦੀ, ਫਿਰ ਪ੍ਰਗਟ ਹੋ ਜਾਂਦਾ ਹੈ ਅਕਾਲ ਪੁਰਖ, ਫਿਰ ਸੱਚਾ ਅੰਦਰ ਵਸਿਆ ਹੋਇਆ ਦਿਖਣ ਲੱਗ ਜਾਂਦਾ ਹੈ। ਫਿਰ ਹਰ ਜਗ੍ਹਾ ਦੇ ਉੱਤੇ ਅਕਾਲ ਪੁਰਖ ਸੁਭਾਈਮਾਨ ਦਿਖਦਾ ਹੈ। ਫਿਰ ਪਤਾ ਲੱਗਦਾ ਕਿ ਹਾਂ, ਜਿਹਦੀਆਂ ਮੈਂ ਗੱਲਾਂ ਕਰਦਾ ਹੁੰਦਾ ਸੀ ਕਿ ਹਰ ਥਾਂ ਵਸਿਆ ਹੋਇਆ ਹੈ, ਅੱਜ ਮੈਨੂੰ ਪ੍ਰਤੱਖ ਦਿਖਣ ਲੱਗ ਪਿਆ ਕਿ ਉਹ ਅੰਦਰ ਵੀ ਹੈ, ਤੇ ਸੰਸਾਰ ਦੇ ਹਰ ਕਣ ਕਣ ਦੇ ਵਿੱਚ ਵਸਿਆ ਹੈ। ਕਿਹਦੇ ਦੁਆਰਾ ਪਤਾ ਲੱਗਦਾ? ਗੁਰੂ ਦੁਆਰਾ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ, ਜਦੋਂ ਗੁਰੂ ਕਿਰਪਾ ਕਰਦਾ ਹੈ, ਅੰਮ੍ਰਿਤ ਦਿੰਦਾ ਹੈ ਨਾਮ ਦਾ,
ਫਿਰ ਸੱਚਾ ਮਨ ਵਸਾਇਆ, ਫਿਰ ਸੱਚੇ ਨੂੰ ਮਨ ਚ ਵਸਾ ਦਿੰਦਾ। ਫਿਰ ਮਨੁੱਖ ਗੱਲਾਂ ਨਾਲ ਨਹੀਂ ਕਹਿੰਦਾ ਕਿ ਹਾਂ ਪ੍ਰਮਾਤਮਾ ਜਿਹੜਾ ਮੇਰੇ ਹਿਰਦੇ ਚ ਵਸਦਾ, ਫਿਰ ਉਹ ਸੱਚੀ ਦੋਵੇਂ ਹੱਥ ਜੋੜ ਕੇ ਕਹਿੰਦਾ ਕਿ ਹਾਂ ਅੰਦਰ ਵਸ ਰਿਹਾ ਹੈ, ਮੈਨੂੰ ਉਹਦੇ ਦਰਸ਼ਨ ਹੋ ਰਹੇ ਆ। ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ। ਇਹ ਵਾਹਿਗੁਰੂ ਜੀ, ਫਿਰ ਉਹਨੂੰ ਇਹ ਲਖਿਆਤਾ ਆ ਜਾਂਦੀ ਹੈ ਕਿ ਜੀ ਜੰਤ ਸਭ ਤੁਧ ਉਪਾਏ, ਇਹ ਸਾਰੇ ਜੀਵ ਜੰਤੂ ਅਕਾਲ ਪੁਰਖ ਜੀ ਤੁਸੀਂ ਉਪਾਏ ਹੋਏ ਆ। ਜਿਹਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਹਦੇ ਅੰਦਰ ਨਾਮ ਚੱਲ ਪੈਂਦਾ, ਨਾਮ ਰੂਪੀ ਅੰਮ੍ਰਿਤ ਜਿਹਨੂੰ ਪ੍ਰਾਪਤ ਹੁੰਦਾ ਹੈ, ਉਹਨੂੰ ਫਿਰ ਜੀਵ ਜੰਤ ਸਭ ਤੁਧ ਉਪਾਏ। ਉਹਨੂੰ ਇੰਝ ਲੱਗਦਾ ਹੈ ਕਿ ਸਾਰੇ ਜੀਵ ਜੰਤੂ ਉਸ ਅਕਾਲ ਪੁਰਖ ਦੇ ਬਣਾਏ ਹੋਏ ਆ, ਸਾਰਿਆਂ ਦੇ ਵਿੱਚ ਉਹ ਸੱਚਾ ਹੀ ਵਸ ਰਿਹਾ ਹੈ। ਇੱਕ ਵੇਖ ਪਰਸਨ ਆਇਆ, ਫਿਰ ਉਹ ਕਹਿੰਦਾ ਕਿ ਕੁਝ ਜਿਹੜੇ ਆ ਉਹ ਪ੍ਰਮਾਤਮਾ ਦੇ ਗੁਰੂ ਦੇ ਚਰਨ ਪਰਸਨ ਵਾਸਤੇ ਸੰਸਾਰ ਤੇ ਆਏ ਆ। ਇੱਕ ਵੇਖ ਪਰਸਨ ਆਇਆ, ਇੱਕ ਨਾ ਭਾਵ ਕੁਝ ਜਿਹੜੇ ਜੀਵ ਹਨ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਦਰਸ਼ਨਾਂ ਦੇ ਵਾਸਤੇ, ਗੁਰੂ ਦੇ ਚਰਨ ਪਰਸਨ ਵਾਸਤੇ ਸੰਸਾਰ ਤੇ ਆਏ ਆ। ਜੀਵ ਜੰਤ ਸਭ ਤੁਧ ਉਪਾਏ, ਜੀ ਜੰਤ ਸਾਰੇ ਉਸ ਅਕਾਲ ਪੁਰਖ ਨੇ ਉਪਾਏ ਆ, ਬਣਾਏ ਆ। ਇੱਕ ਵੇਖ ਪਰਸਨ ਆਇਆ, ਪਰ ਕੁਝ ਵਿਸ਼ੇਸ਼ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਦੇ ਚਰਨ ਪਰਸਨ ਨੂੰ ਮਿਲਦੇ ਆ, ਜਿਨ੍ਹਾਂ ਨੂੰ ਗੁਰੂ ਦਾ ਦਰ ਮਿਲਦਾ, ਜਿਨ੍ਹਾਂ ਨੂੰ ਸਤ ਸੰਗਤ ਮਿਲਦੀ ਆ, ਉਹ ਵਿਸ਼ੇਸ਼ ਹੁੰਦੇ ਆ। ਪਤਾ ਕਿਹਨੂੰ ਲੱਗਦਾ? ਜਿਹਨੂੰ ਅੰਮ੍ਰਿਤ ਦੀ ਦਾਤ ਗੁਰੂ ਦਿੰਦਾ, ਜਿਹਨੂੰ ਨਾਮ ਦੀ ਦਾਤ ਗੁਰੂ ਦਿੰਦਾ, ਜਿਹਦੇ ਅੰਦਰ ਸੱਚਾ ਮਨ ਚ ਵਸ ਜਾਂਦਾ ਹੈ, ਉਹਨੂੰ ਪਤਾ ਲੱਗਦਾ ਕਿ ਵਿਸ਼ੇਸ਼ ਹੀ ਕਿਰਪਾ ਹੋਈ ਆ ਜੋ ਸਤ ਸੰਗਤ ਮਿਲੀ ਆ ਸਾਨੂੰ ਜੀਵਾਂ ਨੂੰ। ਉਹ ਫਿਰ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਤੇ ਭਰੋਸਾ ਕਰਦੇ ਆ। ਫਿਰ ਕੀ ਹੁੰਦਾ ਹੈ? ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਲੱਭ ਲੋਭ ਇਹ ਹੈ ਤੇ ਇੱਕੋ ਜਿਹੀ, ਲੱਭ ਤੇ ਲੋਭ, ਪਰ ਲੱਭ ਦਾ ਅਰਥ ਇੱਥੇ ਆਪਾਂ ਕਰਾਂਗੇ ਜਿਵੇਂ ਖਾਣ ਦੇ ਪਦਾਰਥ ਹੁੰਦੇ ਆ। ਲੱਭ ਕਹਿੰਦੇ ਨਾ ਨਾ ਖਾ, ਲੱਭ ਨਾ ਕਰ ਖਾਣ ਪੀਣ ਦਾ, ਉਹਨੂੰ ਲੱਭ ਕਹਿੰਦੇ ਆ। ਜਿਵੇਂ ਖਾਣ ਪੀਣ ਦੇ ਪਦਾਰਥਾਂ ਵੱਲ ਹੀ ਧਿਆਨ ਰਹਿਣਾ, ਹਰ ਵੇਲੇ ਖਾਣ ਵੱਲ ਹੀ ਧਿਆਨ ਰਹਿਣਾ, 10 ਮਿੰਟਾਂ ਬਾਅਦ ਫਿਰ ਕੁਛ ਨਾ ਕੁਛ ਖਾਣ ਲਈ ਮੰਗਾ ਲਿਆ। ਤੇ ਲੋਭ ਹੁੰਦਾ ਪਦਾਰਥ ਇਕੱਠੇ ਕਰਨਾ, ਚੀਜ਼ਾਂ ਇਕੱਠੀਆਂ ਕਰਨੀਆਂ, ਹਰ ਚੀਜ਼ ਜਿਹੜੀ ਆ ਉਹ ਆਪਣੇ ਵੱਸ 'ਚ ਕਰੀ ਜਾਣੀ। ਜਿਹੜੀ ਵੀ ਚੀਜ਼ ਆ ਉਹ ਕਹਿ ਜਾਣਾ ਵੀ ਮੇਰੀ ਹੈ, ਵੀ ਮੇਰੀ ਹੈ। ਇਸ ਤਰ੍ਹਾਂ ਲੱਭ ਲੋਭ ਅਹੰਕਾਰ ਚੁੱਕਾ, ਉਹਨਾਂ ਨੂੰ ਫਿਰ ਜਿਨ੍ਹਾਂ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦਾ ਲੱਭ ਵੀ ਖਤਮ ਹੋ ਜਾਂਦਾ। ਫਿਰ ਉਹ ਪ੍ਰਸ਼ਾਦਾ ਪਾਣੀ ਜਿਸ ਤਰ੍ਹਾਂ ਦਾ ਗੁਰੂ ਵੱਲੋਂ ਬਖਸ਼ਿਸ਼ ਹੁੰਦਾ ਉਹ ਛਕਦੇ ਆ, ਤੇ ਲੋਭ ਵੀ ਖਤਮ ਹੁੰਦਾ। ਜਿਹੜੇ ਚੀਜ਼ਾਂ ਦੀ ਤ੍ਰਿਸ਼ਨਾ ਉਹ ਵੀ ਮਰ ਜਾਂਦੀ ਆ, ਵਸਤੂਆਂ ਇਕੱਠੀਆਂ ਕਰਨ ਦਾ ਲੋਭ ਜਿਹੜਾ ਉਹ ਵੀ ਉਹਨਾਂ ਦਾ ਖਤਮ ਹੋ ਜਾਂਦਾ। ਫਿਰ ਅਹੰਕਾਰ ਚੁੱਕਾ, ਅਹੰਕਾਰ ਤੇ ਉਹਨਾਂ ਦਾ ਖਤਮ ਹੋ ਜਾਂਦਾ, ਚੁੱਕਾ ਖਤਮ ਹੋ ਜਾਂਦਾ ਉਹਨਾਂ ਦਾ ਅਹੰਕਾਰ ਵੀ। ਸਤਿਗੁਰੂ ਭਲਾ ਪਾਇਆ, ਕਿਉਂਕਿ ਉਹਨਾਂ ਨੂੰ ਸਤਿਗੁਰੂ ਮਿਲ ਗਿਆ, ਤਾਂ ਕਰਕੇ ਉਹਨਾਂ ਦਾ ਅਹੰਕਾਰ ਦੂਰ ਹੋ ਗਿਆ। ਸਤਿਗੁਰੂ ਭਲਾ ਪਾਇਆ, ਸਤਿਗੁਰੂ ਦਾ ਭਾਣਾ ਜਿਹੜਾ ਹੈ ਨਾ, ਭਲਾ ਭਾਵ ਭਾਣਾ ਜਿਹੜਾ ਉਹਨਾਂ ਨੇ ਮਿੱਠਾ ਕਰਕੇ ਮੰਨ ਲਿਆ। ਜੋ ਗੁਰੂ ਨੇ ਕਿਹਾ ਸੀ ਉਹ ਉਹਨਾਂ ਨੇ ਮੰਨ ਲਿਆ, ਤੇ ਉਹਨਾਂ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ। ਤੇ ਜਦੋਂ ਅੰਮ੍ਰਿਤ ਦੀ ਪ੍ਰਾਪਤੀ ਹੋਈ, ਫਿਰ ਉਹਨਾਂ ਦਾ ਲੱਭ ਲੋਭ ਅਹੰਕਾਰ ਖਤਮ ਹੋ ਗਿਆ, ਕਿਉਂਕਿ ਉਹਨਾਂ ਨੇ ਸਤਿਗੁਰੂ ਦਾ ਭਾਣਾ ਜਿਹੜਾ ਭਲਾ ਕਰਕੇ ਮੰਨ ਲਿਆ। ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ। ਸਤਿਗੁਰੂ ਕਹਿੰਦੇ ਆਪਣੀ ਜਿਹੜੀ ਹੈ ਮਿਹਨਤ ਦੇ ਨਾਲ ਪ੍ਰਾਪਤੀ ਨਹੀਂ ਹੈ। ਸਤਿਗੁਰੂ ਕਹਿੰਦੇ ਕਹਿ ਨਾਨਕ ਜਿਸ ਨੂੰ ਆਪ ਤੁਠਾ, ਜਿਹਦੇ ਉੱਤੇ ਪ੍ਰਭੂ ਅਕਾਲ ਪੁਰਖ ਕਿਰਪਾ ਕਰਦਾ ਹੈ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਉਹੀ ਗੁਰੂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ। ਹੋਰ ਕਿਸੇ ਤਰੀਕੇ ਦੇ ਨਾਲ ਅੰਮ੍ਰਿਤ ਦੀ ਦਾਤ ਦੀ ਪ੍ਰਾਪਤੀ ਨਹੀਂ ਹੈ। ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ, ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ, ਉਹਨਾਂ ਨੂੰ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹਦੇ ਵਿੱਚ ਕੋਈ ਫਰਕ ਨਹੀਂ, ਅੰਮ੍ਰਿਤ ਦੇ ਵਿੱਚ, ਨਾਮ ਦੇ ਵਿੱਚ ਤੇ ਆਨੰਦ ਦੇ ਵਿੱਚ। ਇਹ ਇੱਕੋ ਹੀ ਭਾਵ ਵਿਸ਼ੇ ਹਨ, ਥੋੜੇ ਫਰਕ ਦੇ ਨਾਲ। ਸੂਖਸ਼ਮ ਫਰਕ ਜਿਹਨੂੰ ਆਪਾਂ ਕਹਿੰਦੇ ਆ ਨਾ, ਸੂਖਸ਼ਮ ਫਰਕ, ਇਹ ਸੂਖਸ਼ਮ ਫਰਕ ਦੇ ਨਾਲ ਵਿਸ਼ੇ ਹਨ। ਇੱਕ ਹੀ ਇਹਨਾਂ ਦਾ ਮੰਤਵ ਹੈ ਕਿ ਆਨੰਦ ਜਾਂ ਅੰਮ੍ਰਿਤ ਜਾਂ ਨਾਮ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ, ਜਿਹੜੇ ਗੁਰੂ ਦੇ ਰਸਤੇ ਤੇ ਚੱਲਦੇ ਆ, ਜਿਹੜੇ ਗੁਰੂ ਕੋਲੋਂ ਪੁੱਛ ਕੇ ਆਪਣੇ ਕਾਰਜ ਕਰਦੇ ਆ, ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੀ ਪ੍ਰਾਪਤੀ ਹੁੰਦੀ ਆ। ਭਗਤਾਂ ਕੀ ਚਾਲ ਨਿਰਾਲੀ, ਨਿਰਾਲੀ ਚਾਲ ਹੈ ਉਹਨਾਂ ਦੀ, ਮਰਿਆਦਾ ਉਹਨਾਂ ਦਾ ਰਹਿਣ ਸਹਿਣ ਨਿਰਾਲਾ ਹੈ, ਵੱਖਰਾ ਹੈ। ਕਿਹਨਾਂ ਦਾ? ਭਗਤਾਂ ਦਾ। ਜਿਹੜੇ ਭਗਤ ਜਨ ਹਨ, ਜਿਹੜੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਲੱਗੇ ਹੋਏ ਨਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਤਰੀਕਾ, ਉਹਨਾਂ ਦੀ ਮਰਿਆਦਾ, ਉਹਨਾਂ ਦਾ ਸੁਭਾਅ ਉਹ ਵੱਖਰਾ ਹੈ, ਨਿਰਾਲਾ ਹੈ ਸੰਸਾਰ ਦੇ ਲੋਕਾਂ ਨਾਲੋਂ। ਭਗਤਾਂ ਕੀ ਚਾਲ ਨਿਰਾਲੀ, ਵੇਖਣ ਨੂੰ ਤੇ ਕਹਿੰਦੇ ਆ, ਹਰ ਕੋਈ ਕਹਿ ਦਿੰਦਾ ਕਿ ਤੇ ਲੱਗਦਾ
ਮਸਤਾਨਾ ਹੈ, ਪਰ ਅੰਦਰ ਉਹਦੇ ਕੀ ਹੈ ਉਹ ਤੇ ਉਹਨੂੰ ਹੀ ਪਤਾ ਹੈ ਨਾ। ਇੰਝ ਹੀ ਹੁੰਦਾ ਨਾ, ਜਿਹੜੇ ਬਾਣੀ ਪੜ੍ਹਨ ਵਾਲੇ ਹੁੰਦੇ, ਸਿਮਰਨ ਕਰਨ ਵਾਲੇ, ਉਹਨਾਂ ਨੂੰ ਕਈ ਵਾਰੀ ਲੋਕ ਪਾਗਲ ਤੱਕ ਕਹਿ ਦਿੰਦੇ ਆ, ਪਰ ਉਹ ਪਾਗਲ ਨਹੀਂ, ਅੰਦਰੋਂ ਉਹਨਾਂ ਦਾ ਮਨ ਜਿਹੜਾ ਆ ਅਕਾਲ ਪੁਰਖ ਨਾਲ ਜੁੜਿਆ ਹੁੰਦਾ ਹੈ। ਉਹਨਾਂ ਦੀ ਆਪਣੀ ਇੱਕ ਮਰਿਆਦਾ, ਆਪਣਾ ਇੱਕ ਸੁਭਾਅ ਹੁੰਦਾ ਹੈ। ਉਹ ਆਪਣੇ ਤਰੀਕੇ ਨਾਲ ਸੰਸਾਰ ਦੇ ਵਿੱਚ ਚੱਲਦੇ ਆ, ਵੱਖਰੀ ਚਾਲ ਚੱਲਦੇ ਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੀਰੀ, ਬਿਖਮ ਮਾਰਗ ਚੱਲਣਾ, ਬੜਾ ਬਿਖਮਨ ਮਾਰਗ ਹੈ ਇਹਦੇ ਤੇ ਚੱਲਣਾ। ਚਾਲਾ ਨਿਰਾਲੀ ਭਗਤਾਂ ਕੇਰੀ, ਭਗਤਾਂ ਕੇਰੀ ਤੇ ਬਿੰਦੀ ਲਾ ਸਕਦੇ ਆ। ਚਾਲਾ ਨਿਰਾਲੀ ਭਗਤਾਂ ਕੇਰੀ, ਕੇਰੀ ਤੋਂ ਭਾਵ ਉਹਨਾਂ ਦੀ ਬਿਖਮ ਮਾਰਗ ਚੱਲਣਾ, ਬੜਾ ਕਠਿਨ ਮਾਰਗ ਹੈ ਇਸ ਮਾਰਗ ਦੇ ਉੱਤੇ ਚੱਲਣਾ। ਜੇ ਕਿਸੇ ਨੇ ਕੋਈ ਬੋਲ ਚਾਰ ਮਾੜੇ ਕਹਿ ਦਿੱਤੇ, ਇਹ ਨਹੀਂ ਉਹਦੇ ਗਲ ਪੈ ਜਾਂਦੇ ਆ, ਕਠਿਨ ਆ ਨਾ। ਕੋਈ ਨਿੰਦਿਆ ਕਰ ਜਾਵੇ ਤੇ ਉਹ ਵੀ ਸਹਾਰਨੀ ਪੈਂਦੀ ਹੈ, ਜੇ ਕੋਈ ਉਸਤਤ ਕਰ ਜਾਵੇ ਉਸਤਤ ਵੀ ਸਹਾਰਨੀ ਪੈਂਦੀ ਹੈ। ਤੇ ਸਾਰਾ ਕੁਝ ਸਹਾਰ ਕੇ ਫਿਰ ਹੀ ਇਸ ਰਸਤੇ ਤੇ ਚੱਲਿਆ ਜਾਂਦਾ ਹੈ, ਉਸ ਤਰ੍ਹਾਂ ਹੀ ਚੱਲਿਆ ਜਾਂਦਾ। ਇਹ ਨਹੀਂ ਕਿ ਕੋਈ ਨਿੰਦਿਆ ਕਰ ਗਿਆ ਤੇ ਉਹਨੂੰ ਗਲੋਂ ਫੜ ਲਿਆ, ਤੇ ਜੇ ਕੋਈ ਉਸਤਤ ਕਰ ਲੱਗ ਗਿਆ ਤੇ ਉਹਦੇ ਕੋਲ ਪਾਉਣ ਲੱਗ ਪੈਣੇ ਕਿ ਬੰਦਾ ਹੀ ਬੜਾ ਚੰਗਾ। ਨਹੀਂ, ਉਸਤਤ ਤੇ ਨਿੰਦਿਆ ਮਨ ਤੇ ਸਹਾਰ ਕੇ, ਇਸ ਕਰਕੇ ਬੜਾ ਬਿਖਮ ਮਾਰਗ ਹੈ। ਜੇ ਕਿਸੇ ਨੇ ਚਾਰ ਗੱਲਾਂ ਮਾੜੀਆਂ ਕਹਿ ਦਿੱਤੀਆਂ ਤੇ ਉਹਨੂੰ ਵੀ ਸਹਾਰ ਲੈਣਾ ਮਨ ਦੇ ਉੱਤੇ, ਤੇ ਜੇ ਕੋਈ ਉਸਤਤ ਕਰ ਗਿਆ ਤੇ ਉਹਨੂੰ ਵੀ ਸਹਾਰ ਲੈਣਾ, ਉਹਨੂੰ ਕਹਿਣਾ ਵਾਹਿਗੁਰੂ ਤੇਰੀ ਉਸਤਤ ਮੇਰੀ ਉਸਤਤ ਨਹੀਂ। ਇਸ ਕਰਕੇ ਬੜਾ ਬਿਖਮ ਮਾਰਗ ਹੈ ਇਸ ਤੇ ਚੱਲਣਾ। ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਫਿਰ ਕੀ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇੱਥੇ ਰੁਕਣਾ ਹੈ ਤ੍ਰਿਸ਼ਨਾ ਤੇ। ਲੱਭ ਲੋਭ, ਲੱਭ ਉਹੀ ਖਾਣ ਵਾਲਾ ਲੱਭ, ਲੋਭ ਚੀਜ਼ਾਂ ਇਕੱਠੀਆਂ ਕਰਨ ਦਾ, ਤ੍ਰਿਸ਼ਨਾ ਚੀਜ਼ਾਂ ਇਕੱਠੀਆਂ ਕਰਨ ਦੀ, ਅਹੰਕਾਰ ਤਜ ਤ੍ਰਿਸ਼ਨਾ, ਇਹ ਸਾਰਾ ਕੁਝ ਛੱਡ ਦਿੰਦੇ ਆ। ਅਹੰਕਾਰ ਵੀ ਤਜ ਦਿੰਦੇ, ਤ੍ਰਿਸ਼ਨਾ ਵੀ ਤਜ ਦਿੰਦੇ ਆ। ਜੋ ਵੀ ਪਦਾਰਥਾਂ ਨੂੰ ਇਕੱਠੀਆਂ ਕਰਨ ਦੀ ਤ੍ਰਿਸ਼ਨਾ ਹੁੰਦੀ ਆ ਉਹ ਛੱਡ ਦਿੰਦੇ ਆ। ਤ੍ਰਿਸ਼ਨਾ, ਹੋਰ ਜਿਹੜੀਆਂ ਵੀ ਤ੍ਰਿਸ਼ਨਾਵਾਂ ਹੁੰਦੀਆਂ ਮਨ ਦੇ ਵਿੱਚ ਭੋਗਣ ਦੀਆਂ, ਉਹ ਸਾਰੀਆਂ ਤ੍ਰਿਸ਼ਨਾਵਾਂ ਛੱਡ ਦਿੰਦੇ ਆ। ਲੱਭ ਛੱਡ ਦਿੰਦੇ, ਲੋਭ ਛੱਡ ਦਿੰਦੇ, ਹੰਕਾਰ ਛੱਡ ਦਿੰਦੇ। ਫਿਰ ਹੋਰ ਕੀ ਕਰਦੇ, ਬਹੁਤ ਨਾ ਹੀ ਬੋਲਣਾ, ਫਿਰ ਉਹ ਵਾਧੂ ਨਹੀਂ ਬੋਲਦੇ, ਹਰ ਕਿਸੇ ਨਾਲ ਗੱਲ ਨਹੀਂ ਕਰਦੇ ਜ਼ਿਆਦਾ, ਉਹ ਸਿਰਫ ਬਾਣੀ ਪੜ੍ਹਦੇ ਹਰ ਸਮੇਂ, ਜਦੋਂ ਲੋੜ ਹੁੰਦੀ ਆ ਉਦੋਂ ਹੀ ਬੋਲਦੇ ਆ। ਐਵੇਂ ਨਹੀਂ ਕਿ ਚਾਰ ਜਾਣੇ ਬੈਠੇ ਉੱਥੇ ਬੈਠ ਕੇ ਗੱਲਾਂ ਕਰਨ ਲੱਗ ਪਏ ਤੇ ਉਹੀ ਕਿਸੇ ਦੀ ਨਿੰਦਿਆ ਕਰਦੀ, ਕਿਸੇ ਦੀ ਚੁਗਲੀਆਂ ਕਰ ਲਈਆਂ। ਇਸ ਤਰ੍ਹਾਂ ਨਹੀਂ ਉਹਨਾਂ ਦਾ ਜੀਵਨ ਹੁੰਦਾ। ਉਹ ਫਿਰ ਗੁਰੂ ਦੇ ਰਸਤੇ ਤੇ ਚੱਲਦੇ ਆ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਉਹ ਲੱਭ ਛੱਡ ਦਿੰਦੇ, ਲੋਭ ਛੱਡ ਦਿੰਦੇ, ਅਹੰਕਾਰ ਛੱਡ ਦਿੰਦੇ। ਭਗਤ ਰਵਿਦਾਸ ਜੀ ਦੇ ਜੀਵਨ ਦੀ ਘਟਨਾ ਹੁੰਦੀ ਆ, ਕਹਿੰਦੇ ਕਿ ਇੱਕ ਵਾਰੀ ਇੱਕ ਸਾਧੂ ਉਹਨਾਂ ਦੇ ਕੋਲ ਆਇਆ, ਭਗਤ ਰਵਿਦਾਸ ਜੀ ਕੋਲ, ਤੇ ਆਪ ਜੀ ਨੂੰ ਪਤਾ ਉਹ ਜੁੱਤੀਆਂ ਗੰਢਣ ਦਾ ਕੰਮ ਕਰਦੇ, ਛੋਟੀ ਜਿਹੀ ਝੌਂਪੜੀ ਸੀ ਉਹਨਾਂ ਦੀ। ਸਾਧੂ ਆਇਆ, ਬੜੀ ਸੇਵਾ ਕੀਤੀ ਭਗਤ ਰਵਿਦਾਸ ਨੇ, ਸੇਵਾ ਕੀਤੀ ਤੇ ਸਾਧੂ ਨੇ ਸੋਚਿਆ, ਸੰਨਿਆਸੀ ਸੀ, ਘੁੰਮਣ ਫਿਰਨ ਵਾਲਾ ਸੀ, ਉਹਨੇ ਸੋਚਿਆ ਕਿ ਕਿਉਂ ਨਾ ਮੈਂ, ਇਹ ਜਿਹੜਾ ਇਹਨੇ ਸੇਵਾ ਮੇਰੀ ਬੜੀ ਕੀਤੀ ਹੈ, ਤੇ ਕਿਉਂ ਨਾ ਮੈਨੂੰ ਜਾਣ ਲੱਗਾ ਕੁਛ ਦੇ ਕੇ ਜਾਵਾਂ ਜਿਹਦੇ ਨਾਲ ਇਹਦੀ ਗਰੀਬੀ ਕੱਟੀ ਜਾਵੇ। ਉਹ ਤੁਰ ਲੱਗਾ ਸੰਨਿਆਸੀ, ਤੇ ਉਹਦੇ ਕੋਲ ਪਾਰਸ ਪੱਥਰ ਸੀ, ਕਹਿੰਦੇ ਜੋ ਆਪਾਂ ਕੱਲ ਗੱਲ ਕੀਤੀ ਹੈ ਨਾ ਕਿ ਜਿਹੜਾ ਪੱਥਰ ਹੈ 8 ਧਾਤਾਂ ਨੂੰ ਛੋਹ ਜਾਵੇ ਤੇ ਉਹ ਸੋਨੇ ਦੀਆਂ ਬਣ ਜਾਂਦੀਆਂ, ਉਹ ਪਾਰਸ ਪੱਥਰ ਸੀ ਉਹਦੇ ਕੋਲ। ਤੇ ਉਹ ਜਾਣ ਲੱਗਾ ਤੇ 5-7 ਦਿਨ ਰਿਹਾ। ਜਦੋਂ ਜਾਣ ਲੱਗਾ ਕਹਿੰਦਾ ਜੀ ਭਗਤਾ ਤੇਰੀ ਗਰੀਬੀ ਕੱਟਦੀ ਏ। ਕਹਿੰਦਾ ਜੀ ਹਾਂਜੀ ਦੱਸੋ ਕੀ ਗੱਲ। ਕਹਿੰਦਾ ਆ ਨਾ ਪੱਥਰ ਆ ਮੇਰੇ, ਇੱਕ ਚੀਜ਼ ਆ, ਇਹ ਨਾ ਜਿਹੜੇ ਵੀ ਧਾਤ ਨੂੰ ਛੁਹਾਏਗਾ ਤੇ ਉਹ ਸੋਨੇ ਦੀ ਹੋ ਜੂਗੀ। ਕਹਿੰਦਾ ਠੀਕ ਹੈ ਜੀ ਮਹਾਂਪੁਰਖੋ, ਤੇ ਤੂੰ ਇੰਜ ਕਰ, ਇਹਨੂੰ ਰੱਖ ਲਾ। ਤੇ ਭਗਤ ਰਵਿਦਾਸ ਕਹਿੰਦੇ ਵੀ ਚੱਲ ਠੀਕ ਹੈ, ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਰੱਖ ਦਿਓ। ਕਹਿੰਦਾ ਕਿੱਥੇ ਰੱਖਾਂ। ਉਹ ਜਿਵੇਂ ਆਪਾਂ ਸਤੀਰੀ ਨਹੀਂ ਹੁੰਦੀ ਉੱਪਰ ਪਾਈ ਹੁੰਦੀ, ਜਿਵੇਂ ਅੱਜ ਕੱਲ੍ਹ ਗਾਡਰ ਪਾਉਂਦੇ ਆ ਜਾਂ ਹੁਣ ਤੇ ਲੈਂਟਰ ਆ ਗਏ, ਗਾਡਰਾਂ ਦੀ ਥਾਂ ਤੇ ਕੱਚੀ ਸਤੀਰੀ ਪਾਈ ਹੁੰਦੀ ਸੀ ਉੱਪਰ ਛੱਤ ਦੇ ਵਿੱਚ, ਉਹਦੇ ਵਿੱਚ ਖੁੱਡ ਜੀ ਬਣੀ ਸੀ ਇੱਕ ਨਿੱਕੀ ਜੀ। ਤੇ ਭਗਤ ਰਵਿਦਾਸ ਨੇ ਕਹਿਤਾ ਵੀ ਇੱਥੇ ਰੱਖ ਜੋ, ਆਹ ਜਗ੍ਹਾ ਹੈ। ਉਹ ਰੱਖ ਗਿਆ ਤੇ ਚਲਾ ਗਿਆ ਤੇ ਕਾਫੀ ਸਮੇਂ ਬਾਅਦ, ਕੁਝ 8-10 ਸਾਲ ਬਾਅਦ ਆਇਆ ਉੱਧਰ ਨੂੰ। ਤੇ ਜਦੋਂ ਸ਼ਹਿਰ ਚ ਆਇਆ ਤੇ ਮਨ ਵਿੱਚ ਸੋਚਦਾ ਹੁੰਦਾ ਕਿ ਅੱਜ ਤੇ ਨਾ ਮੈਂ ਉਸੇ ਭਗਤ ਕੋਲ ਜਾਣਾ ਜਿਹਨੇ ਮੇਰੀ ਬੜੀ ਸੇਵਾ ਭਗਤੀ ਕੀਤੀ ਆ। ਉਹਨੇ ਤੇ ਹੁਣ ਬੜੀ ਵੱਡੀ ਕੋਠੇ, ਚੰਗਾ ਬੰਗਲਾ ਬਣਾ ਲਿਆ ਹੋਣਾ, ਬੜਾ ਕੁਝ ਉਹਦੇ ਕੋਲ ਆ ਗਿਆ ਹੋਣਾ। ਮੈਨੂੰ ਪਾਰਸ ਪੱਥਰ ਦੇ ਕੇ ਆਇਆ। ਜਦੋਂ ਉਹ ਆਇਆ ਤੇ ਆ ਕੇ ਦੇਖਿਆ ਕਿ ਭਗਤ ਰਵਿਦਾਸ ਜੁੱਤੀਆਂ ਗੰਢਦੇ ਪਏ ਉਸੇ ਤਰ੍ਹਾਂ, ਤੇ ਹਾਲ ਪੁੱਛਣ ਤੋਂ ਪਹਿਲਾਂ ਹੀ ਜਾ ਕੇ ਸਿੱਧਾ ਕਹਿੰਦਾ ਮੇਰੀ ਚੀਜ਼ ਕਿੱਥੇ ਆ, ਗਵਾ ਤੇ ਨਹੀਂ ਦਿੱਤੀ ਕਿਤੇ।
ਜਿਹੜਾ ਸੰਨਿਆਸੀ ਸੀ ਉਹਨੇ ਆਉਂਦਿਆਂ ਹਾਲ ਨਹੀਂ ਪੁੱਛਿਆ ਭਗਤ ਰਵਿਦਾਸ ਦਾ। ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਕਿਤੇ ਇਹਨੇ ਗਵਾ ਨਾ ਦਿੱਤੀ ਹੋਵੇ, ਮਨ 'ਚ ਸੋਚਿਆ। ਜਾ ਕੇ ਕਹਿੰਦਾ ਉਹ ਮੇਰੀ ਉਹ ਚੀਜ਼ ਕਿੱਥੇ ਜਿਹੜੀ ਮੈਂ ਤੈਨੂੰ ਪੱਥਰ ਦੇ ਕੇ ਗਿਆ ਸੀ, ਗਵਾ ਤੇ ਨਹੀਂ ਦਿੱਤਾ ਕਿਤੇ? ਕਹਿੰਦਾ ਭਗਤ ਰਵਿਦਾਸ ਜੀ ਕਹਿੰਦੇ ਕਿਹੜਾ ਪੱਥਰ? ਮਹਾਂਪੁਰਖੋ ਕਿਸ ਪੱਥਰ ਦੀ ਗੱਲ ਕਰਦੇ? ਕਹਿੰਦੇ ਤੈਨੂੰ ਪਤਾ ਹੈ ਮੈਂ ਤੇਰੇ ਕੋਲ 8-10 ਸਾਲ ਪਹਿਲੋਂ ਆਇਆ ਸੀ। ਤੇ ਕਹਿੰਦਾ ਅੱਛਾ ਜੀ, ਮੈਂ ਤੁਹਾਨੂੰ ਪਛਾਣ ਲਿਆ, ਉਹੀ। ਕਹਿੰਦੇ ਮੈਂ ਤੈਨੂੰ ਇੱਕ ਪੱਥਰ ਦਿੱਤਾ ਸੀ ਛੋਟਾ ਜਿਹਾ। ਕਹਿੰਦਾ ਹਾਂਜੀ ਹਾਂਜੀ, ਉਹ ਤੁਸੀਂ ਜਿੱਥੇ ਰੱਖ ਕੇ ਗਏ ਹੋ ਉੱਥੇ ਪਿਆ ਹੋਣਾ। ਕਹਿੰਦਾ ਮੈਂ ਤੇ ਉੱਥੇ ਤੁਹਾਡੀ ਉਹ ਸਪੀਰੀ ਦੀ ਖੁੱਡ ਦੇ ਵਿੱਚ ਰੱਖ ਕੇ ਗਿਆ ਸੀ। ਕਹਿੰਦਾ ਮਹਾਂਪੁਰਖੋ ਉੱਥੇ ਪਿਆ ਹੋਣਾ, ਜਾ ਕੇ ਲੈ ਲਓ। ਤੇ ਉਹਨੇ ਜਾ ਕੇ ਦੇਖਿਆ ਉਹ ਪੱਥਰ ਉੱਥੇ ਦਾ ਉੱਥੇ ਪਿਆ। ਉਹਨੇ ਕਿਹਾ ਕਿ ਤੁਸੀਂ ਇਹਨੂੰ ਵਰਤ ਸਕਦੇ ਸੀ, ਇਹਦੇ ਨਾਲ ਤੁਸੀਂ ਕੁਛ ਵੀ ਕਰ ਸਕਦੇ ਸੀ, ਧਨ ਪਦਾਰਥ ਚੰਗਾ ਇਕੱਠਾ ਕਰ ਸਕਦੇ ਸੀ। ਤੇ ਭਗਤ ਰਵਿਦਾਸ ਜੀ ਕਹਿੰਦੇ ਕਿ ਮੈਂ ਧਨ ਪਦਾਰਥ ਇਕੱਠਾ ਕਰਨ ਵਾਸਤੇ ਥੋੜੀ ਸਰੀਰ ਮਿਲਿਆ, ਨਾਮ ਜਪਣ ਵਾਸਤੇ ਮਿਲਿਆ। ਜੇ ਧਨ ਪਦਾਰਥ ਇਕੱਠਾ ਕਰਨਾ ਸੀ ਤੇ ਫਿਰ ਨਾਮ ਕਾਹਤੋਂ ਜਪਦੇ? ਨਾਮ ਜਪਣ ਵਾਸਤੇ ਸਰੀਰ ਮਿਲਿਆ, ਧਨ ਪਦਾਰਥ ਇਕੱਠਾ ਕਰਨ ਵਾਸਤੇ ਸਰੀਰ ਨਹੀਂ ਮਿਲਿਆ। ਤਾਂ ਤੁਸੀਂ ਆਪਣਾ ਇਹ ਪੱਥਰ ਜਿਹੜਾ ਲੈ ਜਾਓ। ਇਸ ਕਰਕੇ ਉਹ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਉਹ ਲੱਭ ਲੋਭ ਅਹੰਕਾਰ ਜਿਹੜਾ ਛੱਡ ਦਿੰਦੇ ਆ, ਤਿਆਗ ਦਿੰਦੇ ਆ, ਤ੍ਰਿਸ਼ਨਾ ਛੱਡ ਦਿੰਦੇ ਆ। ਬਹੁਤ ਨਾ ਹੀ ਬੋਲਣਾ, ਉਹ ਬੈਠ ਕੇ ਵਾਧੂ ਨਹੀਂ ਬੋਲਦੇ ਕਿਸੇ ਦੇ ਨਾਲ, ਕਿਸੇ ਨਾਲ ਤ੍ਰਿਸ਼ਨਾ ਵਾਲੀ, ਕਿਸੇ ਦੇ ਨਾਲ ਗੱਲਾਂ ਨਹੀਂ ਕਰਦੇ, ਧਨ ਪਦਾਰਥ ਦੀਆਂ ਗੱਲਾਂ ਨਹੀਂ ਕਰਦੇ, ਕਿਸੇ ਨਾਲ ਨਿੰਦਿਆ ਚੁਗਲੀ ਨਹੀਂ ਕਰਦੇ। ਬਸ ਸਿਮਰਨ ਕਰਦੇ, ਨਾਮ ਜਪਦੇ, ਆਪਣੇ ਵਿਹਲੇ ਵੇਲੇ ਸੁਖਮਨੀ ਸਾਹਿਬ ਕਰਨ ਲੱਗ ਪੈਂਦੇ ਆ। ਵਿਹਲਾ ਵੇਲਾ ਵੇਖ ਕੇ ਕੀਰਤਨ ਮੋਬਾਇਲ ਤੇ ਲਾ ਕੇ ਸੁਣਨ ਲੱਗ ਜਾਂਦੇ ਆ। ਵਿਹਲਾ ਸਮਾਂ ਦੇਖ ਕੇ ਕਥਾ ਸੁਣਨ ਲੱਗ ਜਾਂਦੇ ਆ। ਉਹ ਇਸ ਤਰ੍ਹਾਂ ਕਿਸੇ ਵੀ ਨਾਲ ਬੋਲਦੇ ਨਹੀਂ ਆ, ਜ਼ਿਆਦਾ ਨਹੀਂ ਬੋਲਦੇ। ਬਸ ਜਦੋਂ ਕਿਸੇ ਨੂੰ ਲੋੜ ਹੁੰਦੀ ਬੁਲਾਉਣ ਦੀ, ਉਦੋਂ ਹੀ ਉਹਦੇ ਨਾਲ ਗੱਲਬਾਤ ਕਰਦੇ ਆ। ਖੰਨਿਓ ਤਿੱਖੀ, ਖੰਨਿਆਹੋਂ ਤਿੱਖੀ, ਵਾਲਹੁ ਨਿੱਕੀ, ਏਤ ਮਾਰਗ ਜਾਣਾ। ਇਹ ਰਸਤਾ ਜਿਹੜਾ ਹੈ ਨਾ ਭਗਤੀ ਦਾ, ਪ੍ਰੇਮਾ ਭਗਤੀ ਦਾ ਮਾਰਗ, ਇਹ ਕੈਸਾ ਹੈ? ਖੰਡੇ ਨਾਲੋਂ ਤਿੱਖਾ, ਭਾਵ ਖੰਡਾ ਕਿੰਨਾ ਤਿੱਖਾ ਹੁੰਦਾ ਹੈ, ਉਸ ਖੰਡੇ ਦੇ ਨਾਲੋਂ ਵੀ ਇਹ ਤਿੱਖਾ ਹੈ। ਤੇ ਵਾਲੋਂ ਨਿੱਕੀ, ਵਾਲ ਦੇ ਨਾਲੋਂ ਵੀ ਬਰੀਕ ਹੈ ਇਹ ਰਸਤਾ, ਭਗਤੀ ਦਾ ਮਾਰਗ। ਇਸ ਰਸਤੇ ਤੇ ਬੜਾ ਚੱਲਣਾ ਕਠਿਨ ਹੈ। ਲੋਕ ਬੜਾ ਕੁਝ ਕਹਿੰਦੇ ਆ, ਉਹਨਾਂ ਨੂੰ ਸਹਾਰਨਾ ਪੈਂਦਾ। ਲੋਕ ਕਹਿ ਦਿੰਦੇ ਆ ਕਿ ਇਹ ਤੇ ਬੜਾ ਪਖੰਡੀ ਜਿਹਾ, ਕੱਲ ਤੇ ਪਰਸੋਂ ਉਸ ਦਿਨ ਪਹਿਲਾਂ ਤੇ ਸ਼ਰਾਬ ਪੀਂਦਾ ਬੜੀ ਹੁੰਦਾ ਸੀ, ਹੁਣ ਅੰਮ੍ਰਿਤ ਛਕ ਲਿਆ ਤੇ ਹੁਣ ਵੇਖ ਇਕੱਠਾ ਹੀ ਭਗਤ ਬਣ ਗਿਆ। ਏਦਾਂ ਦੀਆਂ ਲੋਕੀ ਗੱਲਾਂ ਕਰਦੇ, ਉਹਨੂੰ ਸਹਾਰਨਾ ਪੈਂਦਾ ਮਨ ਦੇ ਉੱਤੇ। ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ। ਲੋਕ ਕਹਿੰਦੇ ਕੱਲ ਤੇ ਇਹਦਾ ਜੀਵਨ ਇੰਨਾ ਮਾੜਾ ਸੀ, ਅੱਜ ਅੰਮ੍ਰਿਤ ਛਕ ਲਿਆ ਤੇ ਅੱਜ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ। ਇਹੋ ਜਿਹੀਆਂ ਗੱਲਾਂ ਸਹਾਰਨੀਆਂ ਪੈਂਦੀਆਂ। ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਸ ਤਰ੍ਹਾਂ ਇਹ ਰਸਤਾ ਬੜਾ ਕਠਿਨ ਹੈ, ਇਸ ਮਾਰਗ ਦੇ ਉੱਤੇ ਚੱਲਣਾ। ਖੰਨਿਓ ਤਿੱਖੀ ਹੈ ਇਹ ਜਿਹੜੀ ਭਗਤੀ ਦਾ ਮਾਰਗ, ਪ੍ਰੇਮਾ ਭਗਤੀ ਦਾ ਮਾਰਗ। ਵਾਲੋਂ ਨਿੱਕੀ, ਇਹ ਜਿਹੜਾ ਹੈ ਨਾ ਵਾਲ ਤੋਂ ਵੀ ਨਿੱਕਾ ਹੈ ਭਗਤੀ ਦਾ ਮਾਰਗ, ਜਿਹਦੇ ਉੱਤੇ ਚੱਲਣਾ ਪੈਂਦਾ। ਫਿਰ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਗੁਰੂ ਦੀ ਕਿਰਪਾ ਦੇ ਦੁਆਰਾ ਜਿਨ੍ਹਾਂ ਨੇ ਆਪਾ ਤਜਿਆ, ਆਪਣਾ ਖਤਮ ਕਰ ਦਿੱਤਾ। ਆਪਣੇ ਆਪ ਨੂੰ ਖਤਮ ਕਰਨਾ ਪੈਂਦਾ ਇਸ ਮਾਰਗ ਦੇ ਚੱਲਣ ਵਾਸਤੇ। ਜਿਹੜਾ ਹੈ ਨਾ ਸਾਰਾ ਕੁਛ ਗੁਰੂ ਨੂੰ ਸੌਂਪਣਾ ਪੈਂਦਾ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਆਪਣਾ ਆਪਾ ਤਜ ਲਿਆ, ਜਿਨ੍ਹਾਂ ਨੇ ਤਨ ਮਨ ਧਨ ਸਾਰਾ ਗੁਰੂ ਨੂੰ ਸੌਂਪ ਦਿੱਤਾ, ਹਰ ਵਾਸਨਾ ਸਮਾਣੀ। ਫਿਰ ਉਹਨਾਂ ਦੇ ਅੰਦਰ ਹਰੀ ਦੀ ਵਾਸਨਾ ਜਿਹੜੀ ਸਮਾ ਗਈ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਸਮੈਲ ਆਉਣ ਲੱਗ ਪਈ ਅਕਾਲ ਪੁਰਖ ਦੀ ਭਗਤੀ ਦੀ। ਉਹਨਾਂ ਦਾ ਜੀਵਨ ਸਵਰ ਗਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਾ ਤਜ ਲਿਆ, ਆਪਣਾ ਆਪਾ ਖਤਮ ਕਰ ਲਿਆ, ਆਪਾ ਭਾਵ ਗਵਾ ਦਿੱਤਾ। ਉਹਨਾਂ ਨੇ ਸਾਰਾ ਕੁਛ ਗੁਰੂ ਨੂੰ ਜਾਣਿਆ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਹਰੀ ਨਾਮ ਦੀ ਵਾਸਨਾ ਉਹਨਾਂ ਦੇ ਜੀਵਨ ਚ ਆਉਣ ਲੱਗ ਪਈ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਸਤਿਗੁਰੂ ਕਹਿੰਦੇ ਆ ਜਿਹੜੀ ਭਗਤਾਂ ਦੀ ਚਾਲ ਲਿਆ ਹੁਣ ਤੋਂ ਨਹੀਂ, ਇਹ ਜੁਗਾ ਜੁਗੰਤਰਾਂ ਤੋਂ ਭਗਤਾਂ ਦੀ ਚਾਲ ਨਿਰਾਲੀ ਰਹੀ ਆ। ਸ਼ੁਰੂ ਤੋਂ ਜਿਹੜੇ ਭਗਤ ਹੁੰਦੇ ਆ, ਭਗਤ ਜਨ ਹੁੰਦੇ ਆ, ਉਹ ਆਪਣਾ ਜੀਵਨ ਇਸ ਤਰ੍ਹਾਂ ਕਮਾਉਂਦੇ ਆ, ਲੱਭ ਤੋਂ, ਲੋਭ ਤੋਂ, ਹੰਕਾਰ ਤੋਂ ਦੂਰ ਹੋ ਕੇ ਤੇ ਆਪਣੇ ਆਪ ਦੇ ਜੀਵਨ ਦੀ ਢਾਲਣਾ ਕਰਦੇ ਆ, ਆਪਣੀ ਵੱਖਰੀ ਮਰਿਆਦਾ ਰੱਖਦੇ ਆ। ਉਹ ਸੰਸਾਰੀ ਜੀਵਾਂ ਦੇ ਨਾਲ ਨਹੀਂ ਰਲਦੇ। ਇਹ ਹੁਣ ਦੀ ਗੱਲ ਨਹੀਂ, ਇਹ ਜੁਗਾ ਜੁਗੰਤਰਾਂ ਤੋਂ ਇਹ ਗੱਲ ਹੁੰਦੀ ਆਈ ਆ। ਜਿੰਨੇ ਵੀ ਪ੍ਰਭੂ ਨੂੰ ਪਾਇਆ, ਜਿੰਨੇ ਵੀ ਆਨੰਦ ਦੀ ਪ੍ਰਾਪਤੀ ਕੀਤੀ ਆ, ਉਹਨੇ ਇਹ ਰਸਤਾ ਜਿਹੜਾ ਭਗਤੀ ਦਾ, ਪ੍ਰੇਮਾ ਭਗਤੀ ਦਾ ਲਿਆ। ਜਿਹੜਾ ਪ੍ਰੇਮਾ ਭਗਤੀ ਦੇ ਵਿੱਚ ਚੱਲਿਆ ਉਸੇ ਨੂੰ ਹੀ ਆਨੰਦ ਦੀ ਪ੍ਰਾਪਤੀ ਹੋਈ ਆ। ਤੇ ਪ੍ਰੇਮਾ ਭਗਤੀ ਦੇ ਚੱਲਣ ਦਾ ਮਾਰਗ ਐਸਾ ਹੈ ਕਿ ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ। ਇਹ ਮਾਰਗ ਬੜਾ ਕਠਿਨ ਹੈ, ਪਰ ਜਿਹੜਾ ਇਹਦੇ ਉੱਤੇ ਚੱਲ ਪਿਆ ਉਹਨੂੰ ਆਨੰਦ ਦੀ ਪ੍ਰਾਪਤੀ ਹੋ ਗਈ। ਫਿਰ ਸਤਿਗੁਰੂ ਸਾਨੂੰ ਇਹ ਵੀ ਦੱਸੋ
कि हर कोई भगत बन सकदा, हर कोई इस भगती दे मार्ग ते चल सकदा, हर कोई जिहड़ा है वो इस भगती दे मार्ग ते चल के ते हर कोई इहनूं प्राप्त कर सकदा आनंद नूं। सतगुरु कहंदे नहीं, ज्यों तू चला रहे, ज्यों तू चलाहे तिवै तिवै चलह, तिव चले, ज्यों तू चलाहे तिव चलह स्वामी, होर क्या जाना गुण तेरे। जिन्हां नूं तू भगती प्रेमा भगती दे मार्ग ते चलाउणा है ना वाहिगुरू, ਉਹੀ ਚੱਲ ਸਕਦਾ, ਹੋਰ ਕੋਈ ਨਹੀਂ ਚੱਲ ਸਕਦਾ। ਹੋਰ ਕਿਆ ਜਾਣਾ ਗੁਣ ਤੇਰੇ, ਵਾਹਿਗੁਰੂ ਹੋਰ ਕੋਈ ਤੇਰੇ ਗੁਣ ਕੀ ਕਹਿ ਸਕਦਾ, ਜਿਨ੍ਹਾਂ ਨੂੰ ਤੂੰ ਭਗਤੀ ਦੇ ਮਾਰਗ ਤੇ ਪਾਇਆ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦੀ ਦਾਤ ਤੂੰ ਦਿੱਤੀ ਹੈ ਨਾ, ਉਹੀ ਇਸ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਸਕਦੇ ਆ। ਹੋਰ ਕੋਈ ਤੇਰੇ ਗੁਣ ਨਹੀਂ ਜਾਣ ਸਕਦਾ। ਹੋਰ ਕਿਸੇ ਨੂੰ ਕੀ ਪਤਾ ਕਿ ਤੇਰੇ ਵਿੱਚ ਕੀ ਗੁਣ ਹਨ, ਹੋਰ ਤੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਆ। ਜਿਉਂ ਤੂੰ ਚਲਾ ਇਹ, ਈੜੀ ਨੀ ਸਿਹਾਰੀ ਹਾਹੇ ਨੀ ਸਿਹਾਰੀ, ਜਿਉਂ ਤੂੰ ਚਲਾ ਇਹ ਤੇ ਵਿਚਲਹਿ ਸੁਆਮੀ, ਇਹ ਸੁਆਮੀ ਹੈ ਮਾਲਕ, ਜਿਨ੍ਹਾਂ ਨੂੰ ਤੂੰ ਚਲਾਉਣਾ ਹੈ ਉਹੀ ਇਸ ਮਾਰਗ ਤੇ ਚੱਲਦੇ ਹਨ। ਹੋਰ ਕਿਆ ਜਾਣਾ ਗੁਣ ਤੇਰੇ, ਹੋਰ ਤੇਰੇ ਗੁਣ ਕੀ ਕਹਿ ਸਕਦੇ ਆ, ਹੋਰ ਜਿਹੜੇ ਹਨ ਉਹਨਾਂ ਨੂੰ ਤੇਰੇ ਗੁਣਾਂ ਦਾ ਕੀ ਪਤਾ, ਜਾਂ ਕਹਿ ਲਓ ਕਿ ਹੋਰ ਤੇਰੇ ਮੈਂ ਕਿਹੜੇ ਕਿਹੜੇ ਗੁਣ ਕਵਾਂ, ਤੂੰ ਤੇ ਐਸਾ ਮਾਲਕ ਹੈ, ਹੋਰ ਤੇਰੇ ਕਿਹੜੇ ਕਿਹੜੇ ਗੁਣ ਮੈਂ ਕਹਾਂ, ਤੂੰ ਜਿਨ੍ਹਾਂ ਨੂੰ ਭਗਤੀ ਦੇ ਮਾਰਗ ਤੇ ਚਲਾਉਣਾ ਹੈ ਉਹੀ ਚੱਲਦੇ ਹਨ। ਜਿਵ ਤੂੰ ਚਲਾਹੇ ਤਵੈ ਚੱਲਹਿ ਜਿੰਨਾ ਮਾਰਗ ਪਾਵੈ। ਵਾਹਿਗੁਰੂ ਜੀ ਉਹੀ ਇਸ ਭਗਤੀ ਦੇ, ਉਹੀ ਇਸ ਆਨੰਦ ਦੇ ਰਸਤੇ ਤੇ ਚੱਲ ਸਕਦੇ ਆ। ਜਿਵ ਤੂੰ ਚਲਾਹੇ ਤਿਵੈ ਚੱਲੇ, ਉਹ ਉਵੇਂ ਹੀ ਚੱਲਦੇ ਹਨ ਜਿਵੇਂ ਤੂੰ ਚਲਾਉਣਾ ਹੈ। ਜਿੰਨਾ ਮਾਰਗ ਪਾਵੇ, ਜਿਨ੍ਹਾਂ ਨੂੰ ਇਸ ਆਨੰਦ ਦੇ ਰਸਤੇ ਤੇ, ਜਿਨ੍ਹਾਂ ਨੂੰ ਇਸ ਭਗਤੀ ਦੇ ਰਸਤੇ ਤੇ ਤੂੰ ਪਾਉਣਾ ਹੈ ਉਹੀ ਚੱਲਦੇ ਹਨ, ਤੇਰੇ ਅਨੁਸਾਰ ਹੀ ਚੱਲਦੇ ਹਨ ਜਿਵੇਂ ਤੂੰ ਚਲਾਉਣਾ। ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ। ਕਰ ਕਿਰਪਾ ਜਿਨ ਨਾਮ ਲਾਏ, ਜਿਨ੍ਹਾਂ ਨੂੰ ਕਿਰਪਾ ਕਰਦਾ ਹੈ ਨਾ, ਜਿਨ੍ਹਾਂ ਦੇ ਉੱਤੇ ਤੂੰ ਵਾਹਿਗੁਰੂ ਕਿਰਪਾ ਕਰਦਾ ਹੈ, ਉਹਨਾਂ ਨੂੰ ਤੂੰ ਨਾਮ ਦਾ ਰੰਗ ਲਾਉਣਾ ਹੈ। ਕਰ ਕਿਰਪਾ ਜਿਨ ਨਾਮ ਲਾਏ, ਉਹਨਾਂ ਨੂੰ ਤੂੰ ਨਾਮ ਦਾ ਰੰਗ ਲਾਉਣਾ ਹੈ। ਸੇ ਹਰ ਹਰ ਸਦਾ ਧਿਆਵੈ, ਉਹ ਸਦਾ ਹੀ ਹਰੀ ਦਾ ਨਾਮ ਧਿਆਉਂਦੇ ਰਹਿੰਦੇ ਆ, ਸਦਾ ਹੀ ਉਸ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ ਆ, ਜਿਨ੍ਹਾਂ ਨੂੰ ਤੂੰ ਨਾਮ ਦਾ ਰੰਗ ਲਾਉਣਾ ਹੈ, ਜਿਨ੍ਹਾਂ ਨੂੰ ਤੂੰ ਲਾਉਣਾ ਹੈ, ਆਪਣੇ ਆਪ ਨਹੀਂ, ਜਿਨ੍ਹਾਂ ਨੂੰ ਵਾਹਿਗੁਰੂ, ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕਰਕੇ ਜਿਨ੍ਹਾਂ ਨੂੰ ਨਾਮ ਦਾ ਰੰਗ ਲਾਉਣਾ ਹੈ। ਜਿਸ ਨੋ ਕਥਾ ਸੁਣਾਏ ਆਪਣੀ ਸੁਣਾਏ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕਰਦਾ ਹੈ ਨਾ, ਉਹਨਾਂ ਨੂੰ ਤੂੰ ਉਸ ਅਕਥ ਦੀ ਕਥਾ ਸੁਣਾ ਦਿੰਦਾ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਫਿਰ ਗੁਰੂ ਦੇ ਦੁਆਰੇ ਤੇ ਆਣ ਕੇ ਸੁਖ ਪਾਉਂਦੇ ਆ। ਫਿਰ ਗੁਰੂ ਦੁਆਰਾ ਭਾਵ ਗੁਰੂ ਦੇ ਦੁਆਰੇ ਤੇ ਪਹੁੰਚ ਕੇ ਉਹ ਫਿਰ ਗੁਰੂ ਦੀ ਪਰਮਾਤਮਾ ਦੀ ਸੱਚੀ ਸਿਫਤ ਸਲਾਹ ਜਿਹੜੀ ਉਹ ਗਾਉਂਦੇ ਆ, ਫਿਰ ਸੁਖ ਪਾਉਂਦੇ ਆ। ਜਿਸ ਨੂੰ ਕਥਾ ਸੁਣਾਏ ਆਪਣੀ, ਜਿਹਨੂੰ ਤੂੰ ਆਪਣੀ ਅਕਥ ਕਥਾ ਸੁਣਾਉਣਾ ਹੈ ਨਾ, ਜਿਹਦੇ ਤੇ ਤੂੰ ਕਿਰਪਾ ਕਰਦਾ ਹੈ, ਜਿਹਨੂੰ ਤੂੰ ਆਪਣਾ ਆਪ ਲਿਖਾ ਦਿੰਦਾ ਹੈ, ਜਿਹਦੇ ਤੇ ਕਿਰਪਾ ਕਰਦਾ ਹੈ, ਉਹ ਫਿਰ ਗੁਰੂ ਦੇ ਕੋਲ ਆਉਂਦਾ ਹੈ, ਗੁਰੂ ਦੇ ਦੁਆਰੇ ਤੇ ਆਉਂਦਾ, ਫਿਰ ਉਹ ਸੁੱਖ ਪਾਉਂਦਾ ਹੈ। ਫਿਰ ਗੁਰੂ ਦੇ ਕੋਲੋਂ ਉਹ ਭਗਤੀ ਮਾਰਗ ਦੀ ਜਿਹੜੀ ਹੈ ਨਾ ਮਰਿਆਦਾ ਉਹ ਸਿੱਖਦਾ ਹੈ, ਜਿਹਦੀ ਗੱਲ ਪਿਛਲੀ ਪੌੜੀ 'ਚ ਹੋਈ ਹੈ ਕਿ ਫਿਰ ਉਹ ਗੁਰੂ ਦੇ ਕੋਲੋਂ ਆਣ ਕੇ ਸਿੱਖਦਾ ਕਿ ਕਿਵੇਂ ਭਗਤੀ ਮਾਰਗ ਤੇ ਚੱਲਿਆ ਜਾਵੇ, ਕਿਵੇਂ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਿਆ ਜਾਵੇ। ਫਿਰ ਗੁਰੂ ਦੁਆਰੇ ਆ ਕੇ ਸਿੱਖ ਕੇ ਫਿਰ ਸੁੱਖ ਪਾਉਂਦਾ ਹੈ। ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹਿ। ਇਹ ਸੱਚੇ ਸਾਹਿਬ, ਇਹ ਸੱਚੇ ਪ੍ਰਮਾਤਮਾ, ਇਹ ਸੱਚੇ ਮਾਲਕ, ਜਿਵੇਂ ਤੈਨੂੰ ਪਾਉਂਦਾ ਹੈ ਨਾ, ਉਵੇਂ ਹੀ ਮਨੁੱਖ ਜਿਹੜੇ ਆ ਉਹ ਭਗਤੀ ਮਾਰਗ ਤੇ ਚੱਲਦੇ ਆ। ਉਹੀ ਚੱਲ ਸਕਦੇ ਆ ਜਿਨ੍ਹਾਂ ਜਿਉਂ ਤੋਂ ਭਾਵ, ਜਿਵੇਂ ਤੈਨੂੰ ਪਾਉਂਦਾ ਹੈ, ਜਿਉਂ ਭਾਵ ਹੈ ਤਿਵੇਂ ਚਲਾਵੇ, ਉਵੇਂ ਹੀ ਤੂੰ ਚਲਾਉਂਦਾ ਹੈ ਜੀਵਾਂ ਨੂੰ, ਉਵੇਂ ਹੀ ਉਹ ਕਾਰ ਕਮਾਉਂਦੇ ਹਨ, ਉਵੇਂ ਹੀ ਉਹ ਭਗਤੀ ਮਾਰਗ ਤੇ ਚੱਲਦੇ ਆ। ਹੋਰ ਕੋਈ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ, ਹੋਰ ਕੋਈ ਆਨੰਦ ਦੀ ਪ੍ਰਾਪਤੀ ਵਾਸਤੇ ਆਪਣੇ ਵੱਲੋਂ ਯਤਨ ਨਹੀਂ ਕਰ ਸਕਦਾ। ਤੇ ਇਹਦਾ ਇਹ ਮਤਲਬ ਨਹੀਂ ਕਿ ਯਤਨ ਕਰਨਾ ਹੀ ਛੱਡ ਦੇ। ਅਸਲ 'ਚ ਜਿਹੜਾ ਹੈ ਨਾ ਹਿੰਦੁਸਤਾਨ ਦੇ ਧਰਮ, ਇਹ ਜ਼ਿਆਦਾਤਰ ਵਿਸ਼ਵਾਸ ਕਰਦੇ ਆ ਕਰਮ ਮਾਰਗ ਦੇ। ਜਿਹੜਾ ਨੈਤਿਕ ਧਰਮ ਪ੍ਰਣਾਲੀ ਹੈ, ਭਾਵ ਹਿੰਦੁਸਤਾਨ ਤੋਂ ਬਾਹਰਲੇ ਧਰਮ, ਉਹ ਜਿਹੜੇ ਕਿਰਪਾ ਦੇ ਉੱਤੇ ਗੱਲ ਸਾਰੀ ਛੱਡ ਦਿੰਦੇ ਕਿ ਉਹਦੀ ਕਿਰਪਾ ਹੋਏਗੀ ਤੇ ਫਿਰ ਨਾਮ ਦੱਸਿਆ ਜਾਊਗਾ, ਫਿਰ ਉਹਦੀ ਪ੍ਰਾਪਤੀ। ਤੇ ਪਰ ਜਿਹੜੇ ਹਿੰਦੁਸਤਾਨ ਦੇ ਧਰਮ ਨੇ ਉਹ ਕਹਿੰਦੇ ਜੇ ਕਰਮ ਕਰਾਂਗੇ ਤੇ ਫਿਰ ਉਹਦੀ ਪ੍ਰਾਪਤੀ ਹੋਊਗੀ। ਪਰ ਸਤਿਗੁਰਾਂ ਨੇ ਦੋਵੇਂ ਇਕੱਠੇ ਕੀਤੇ ਆ, ਕਰਮ ਮਾਰਗ ਵੀ ਤੇ ਕਿਰਪਾ ਮਾਰਗ ਵੀ। ਕਿਰਪਾ ਕਰਾਂਗੇ
ਕਿਰਪਾ ਹੋਵੇਗੀ ਤੇ ਕਰਮ ਹੋਣਗੇ, ਕਰਮ ਕਰਾਂਗੇ ਤੇ ਕਿਰਪਾ ਹੋਵੇਗੀ। ਇਹ ਦੋਵੇਂ ਗੁਰਮਤਿ ਦੇ ਵਿੱਚ ਆ। ਭਾਵ ਨਾਮ ਜਪਾਂਗੇ ਤੇ ਕਿਰਪਾ ਹੋਏਗੀ, ਕਿਰਪਾ ਹੋਵੇਗੀ ਤੇ ਨਾਮ ਜਪਿਆ ਜਾਏਗਾ। ਇਹ ਦੋਵੇਂ ਜਿਹੜੀ ਗੱਲਾਂ ਨਾ ਇਕੱਠੀਆਂ ਨਾਲ ਨਾਲ ਚੱਲਦੀਆਂ, ਇਹ ਦੋਵੇਂ ਇੱਕ ਦੂਜੇ ਤੋਂ ਵੱਖ ਨਹੀਂ ਕਰ ਸਕਦੇ ਆਪਾਂ ਗੁਰਮਤਿ ਦੇ ਵਿੱਚ। ਹੋਰ ਭਗਤੀ ਮਾਰਗ ਜਿਹੜੇ ਆ ਉਹ ਇੱਕ ਹੀ ਕਰਦੇ ਆ ਨਾ, ਜਿਵੇਂ ਕਰਮਕਾਂਡ ਤਾਂ ਹੀ ਹਿੰਦੁਸਤਾਨ ਦੀ ਧਰਤੀ ਤੇ ਵਧਿਆ ਕਿਉਂਕਿ ਇੱਥੋਂ ਦੇ ਲੋਕ ਕਰਮਾਂ ਨੂੰ ਪ੍ਰਧਾਨ ਮੰਨਦੇ ਆ। ਗੱਲਾਂ ਬਰਾਬਰ ਰੱਖੀਆਂ। ਗੁਰਮਤਿ ਨੇ ਕਿਹਾ ਭਾਈ ਜੇ ਕਿਰਪਾ ਦੀ ਪ੍ਰਾਪਤੀ ਚਾਹੁੰਦਾ ਨਾ, ਜੇ ਕਹਿੰਦਾ ਹੈ ਕਿ ਮੇਰੇ ਤੇ ਕਿਰਪਾ ਹੋਵੇ, ਉਹਦੇ ਵਾਸਤੇ ਤੈਨੂੰ ਗੁਰੂ ਦੇ ਦੁਆਰੇ ਤੇ ਆ ਕੇ ਜਿਹੜਾ ਹੈ ਝੁਕਣਾ ਪਏਗਾ, ਗੁਰੂ ਦੇ ਕੋਲੋਂ ਸਿੱਖਿਆ ਪ੍ਰਾਪਤ ਕਰਨੀ ਪਏਗੀ। ਤੇ ਜੇ ਤੂੰ ਸਿੱਖਿਆ ਪ੍ਰਾਪਤ ਕਰੇਗਾ ਫਿਰ ਪਰਮਾਤਮਾ ਦੀ ਕਿਰਪਾ ਹੋਏਗੀ ਤੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਗੁਰੂ ਦੇ ਕੋਲੋਂ ਆ ਕੇ ਜਿਹੜਾ ਹੈ ਕਿਰਪਾ ਦੀ ਬਖਸ਼ਿਸ਼ ਮੰਗਣੀ ਹੈ, ਤੇ ਜਦੋਂ ਕਿਰਪਾ ਹੋਏਗੀ ਤੇ ਫਿਰ ਉਹਦੀ ਪ੍ਰਾਪਤੀ ਹੋਏਗੀ। ਸੋ ਇਹ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ, ਕਰਮ ਤੇ ਕਿਰਪਾ। ਕਰਮ ਕਰਾਂਗੇ ਤੇ ਕਿਰਪਾ ਹੋਏਗੀ, ਕਿਰਪਾ ਹੋਏਗੀ ਤੇ ਕਰਮ ਹੋਣਗੇ। ਸੋ ਇਹ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਆ, ਜਿਵ ਤੂੰ ਚਲਾਏ ਤਿਵੇਂ ਚੱਲੇ। ਉਵੇਂ ਹੀ ਸੰਸਾਰ ਦੇ ਜੀਵ ਚੱਲਦੇ ਆ, ਉਵੇਂ ਹੀ ਭਗਤ ਜਨ ਚੱਲਦੇ ਆ ਜਿਨ੍ਹਾਂ ਨੂੰ ਤੂੰ ਭਗਤੀ ਦੇ ਮਾਰਗ ਤੇ ਲਾਇਆ ਹੈ। ਸੋ ਸਾਧ ਸੰਗਤ ਇੱਥੇ ਆਪਾਂ 15 ਪੌੜੀਆਂ ਜਿਹੜੀਆਂ ਉਹ ਆਨੰਦ ਸਾਹਿਬ ਦੀਆਂ ਕਰ ਚੁੱਕੇ ਹਾਂ, ਤੇ ਕੱਲ ਨੂੰ ਆਪਾਂ 16ਵੀਂ ਪੌੜੀ ਆਰੰਭ ਕਰਾਂਗੇ। ਸੋ ਇੱਕ ਬੇਨਤੀ ਹੋ ਰਿਹਾ ਕਿ ਕੱਲ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਜਿਹਦੇ ਸੰਬੰਧ ਦੇ ਵਿੱਚ ਆਪਾਂ ਵਿਸ਼ੇਸ਼ ਕਲਾਸ ਜਿਹੜੀ ਹੈ 11:30 ਵਜੇ ਰੱਖਾਂਗੇ, ਜਿਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੋਰ ਜਾਣਕਾਰੀ ਜਿਹੜੀ ਉਹ ਵਾਚਾਂਗੇ। ਤੇ ਕਲਾਸ ਸ਼ਾਇਦ ਲੰਬੀ ਵੀ ਹੋ ਜਾਵੇ। ਸੋ ਆਪ ਜੀ ਨੇ ਜ਼ਰੂਰ ਉਸ ਵਿਸ਼ੇਸ਼ ਕਲਾਸ ਦੇ ਵਿੱਚ ਜੁੜਨਾ, ਤਾਂ ਕਿ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿਹੜੀ ਉਹ ਜਾਣਕਾਰੀ ਬੜੇ ਸੁਖੈਨ ਢੰਗ ਦੇ ਨਾਲ ਦਾਸ ਜਿਵੇਂ ਵੀ ਹੋਵੇਗਾ, ਜਿੰਨੀ ਕੁ ਸਤਿਗੁਰਾਂ ਨੇ ਕਿਰਪਾ ਕੀਤੀ ਉਸ ਹਿਸਾਬ ਦੇ ਨਾਲ ਆਪ ਜੀ ਦੇ ਸਾਹਮਣੇ ਰੱਖੇਗਾ। ਸੋ ਆਪ ਜੀ ਨੇ ਇਸੇ ਤਰ੍ਹਾਂ ਅੰਮ੍ਰਿਤ ਸਵੇਰ ਵਾਲੀ ਜੋ 11:30 ਵਜੇ ਵਾਲੀ ਕਲਾਸ ਹੈ ਉਹਦੇ ਵਿੱਚ ਜੁੜਨ ਦੀ ਕਿਰਪਾਲਤਾ ਕਰਨੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੈ, ਮੈਂ ਆਪ ਜੀ ਦਾ ਮਾਈਕ ਜੋ ਹੈ ਉਹ ਔਨ ਕਰ ਦੇਵਾਂ। ਤੇ ਹਾਂਜੀ, ਆਪਣਾ ਮਾਈਕ ਔਨ ਕਰਕੇ ਆਪ ਜੀ ਕੁਝ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦੇ ਚਰਨਾਂ 'ਚ ਮੈਂ ਜਿਹੜੀ ਬੇਨਤੀ ਕੀਤੀ ਸੀ, ਇਹ ਜਿਹੜੀ ਤਰੀਕ ਬਦਲੀ ਹੋ ਰਹੀ ਹੈ ਇਰਕਾ, ਪਹਿਲੀ ਸਤੰਬਰ ਤੋਂ 19 ਅਗਸਤ ਨੂੰ ਲਿਆਂਦਾ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਬਾਰੇ ਦੱਸੋਗੇ ਨਾ ਕੱਲ? ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। 11:30 ਵਜੇ। ਹਾਂਜੀ, 11:30 ਜੀ। ਸਤਿਵਚਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਵਾਹਿਗੁਰੂ ਜੀ। ਹੋਰ ਕਿਸੇ ਨੇ ਕੋਈ ਸਵਾਲ ਹੋਵੇ ਤੇ ਆਪਾਂ ਵਿਚਾਰ ਲਈਏ। ਠੀਕ ਹੈ, ਵਾਹਿਗੁਰੂ ਜੀ। ਸਮਾਂ ਵਧੇਰੇ ਹੋ ਗਿਆ ਹੈ, ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।